भाई सिमरनजीत सिंह जी कथावाचक पंजोखरा साहिब वाले 1 घंटे ਲਈ ਆਪ ਜੀ ਨੂੰ ਸਾਰੀਆਂ ਸੰਗਤਾਂ ਨੂੰ ਸੰਬੋਧਿਤ ਕਰਨਗੇ ਜੀ। ਗੁਰੂ ਇਤਿਹਾਸਾਂ ਨਾਲ ਜੁੜਨਗੇ। ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਸ਼ੁਕਰ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਅਤੇ ਸੰਗਤ ਰੂਪ ਗੁਰੂ ਸਾਹਿਬ ਆਪ ਵਸਦੇ ਹਨ। ਆਪ ਸਾਰੀਆਂ ਸਮੂਹ ਸੰਗਤਾਂ ਦਾ ਵੀ ਪ੍ਰਧਾਨ ਸਾਹਿਬ ਹਰਪ੍ਰੀਤ ਸਿੰਘ ਜੀ ਬਲੋਲੀ ਵੱਲੋਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ। ਕਰੋ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪਣੀ ਨਿੱਘੀ ਗੋਦ 'ਚ ਇਸੇ ਤਰ੍ਹਾਂ ਆਨੰਦ ਸਾਰੀਆਂ ਸੰਗਤਾਂ ਮਾਣਦੀਆਂ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੋ ਲਾਗਾ ਸੇਵ। ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤਰ ਸੁਨਾਇਆ। ਭਵ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ। ਭਵ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ। ਨਮਸਕਾਰ ਗੁਰਦੇਵ ਕੋ ਸਤਿਨਾਮ ਜਿਸ ਮੰਤਰ ਸੁਨਾਇਆ। ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨਾਂ ਦੇ ਵਾਲੀ ਬਾਦਸ਼ਾਹ ਦਰਵੇਸ਼ ਸਮੁੱਚੀ ਕਾਇਨਾਤ ਦੇ ਰਹਿਬਰ ਜਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਆਲਮੇ ਰੋਸ਼ਨ ਰੋਸ਼ਨੇ ਚਿਰਾਗ ਮੁਰਸ਼ਦੇ ਕਾਮਲ ਨੂਰੇ ਨਜ਼ਰ ਬਰਦੋ ਆਲਮ ਸ਼ਾਹ ਜੁਗ ਹੋ ਜੁਗ ਅਟਲ
ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਤਖਤੇ ਹਕੀਕਤ ਸੁਭਾਏ ਮਾਨ, ਸ਼ਬਦ ਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਸਤ ਸੰਗੀ ਜਨੋ, ਆਪ ਸਭ ਵਡਭਾਗੀ ਹੋ। ਅੱਜ ਮਸੀਹਾ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਸਾਰੀ ਹੀ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆਪਣੇ ਪਰਿਵਾਰਾਂ ਦੇ ਨਾਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਸਤਿਗੁਰਾਂ ਦੇ ਚਰਨ ਛੋਹ ਪ੍ਰਾਪਤ ਅਸਥਾਨਾਂ ਉੱਪਰ ਗੁਰਦੁਆਰਾ ਸ੍ਰੀ ਕਪਾਲ ਮੋਚਨ ਸਾਹਿਬ ਜੀ ਵਿਖੇ ਆਪ ਸਾਰੀਆਂ ਹੀ ਸੰਗਤਾਂ ਆਪਣੇ ਪਰਿਵਾਰਾਂ ਦੇ ਨਾਲ ਅੱਜ ਮੱਸਿਆ ਦੇ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਹੋ ਤੇ ਪਾਵਨ ਪਵਿੱਤਰ ਦੀਵਾਨਾਂ ਦੇ ਅੰਦਰ ਆਪ ਸਾਰੀਆਂ ਹੀ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦੇ ਜੋ ਕੀਰਤਨ ਹਨ, ਅੰਮ੍ਰਿਤਮਈ ਬਾਣੀ ਦੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸ਼ਰਵਣ ਕੀਤੇ ਹਨ। ਆਓ ਸਤਿਗੁਰੂ ਜੀ ਕਿਰਪਾ ਕਰਨ, ਜਿਤਨਾ ਸਮਾਂ ਹੁਕਮ ਹੋਇਆ ਉਸੇ ਸਮੇਂ ਦੇ ਵਿੱਚ ਰਹਿ ਕੇ ਆਪ ਸਾਰੀਆਂ ਹੀ ਸੰਗਤਾਂ ਦੇ ਨਾਲ ਗੁਰ ਇਤਿਹਾਸ ਦੀ ਸਾਂਝ ਆਪ ਜੀ ਦੇ ਨਾਲ ਪਾਉਣੀ ਹੈ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਛੇਵੇਂ ਪਾਤਸ਼ਾਹ, ਜਿਨ੍ਹਾਂ ਦਾ ਗੁਰਤਾ ਗੱਦੀ ਦਿਵਸ ਆਪ ਜੀ ਨੇ ਕੁਝ ਦਿਨ ਪਹਿਲਾਂ ਮਨਾਇਆ ਹੈ। ਸਤਿਗੁਰਾਂ ਜੀ ਦੇ ਜੀਵਨ ਸੰਬੰਧੀ, ਗੁਰਤਾ ਗੱਦੀ ਸੰਬੰਧੀ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਸਾਂਝ ਪਾਉਣੀ ਹੈ। ਜਿਤਨੇ ਵੀ ਸਰੀਰ ਆਪ ਸਾਰੀਆਂ ਸੰਗਤਾਂ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਹੋ, ਦਿਓ ਪਿਆਰ ਦਾ ਸਬੂਤ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਹੀ ਦੋਵੇਂ ਹੱਥ ਜੋੜ ਕੇ ਬਾ ਸ਼ਰਧਾ, ਬਾ ਵੈਰਾਗ, ਬਾ ਸਤਿਕਾਰ ਨਿਵਾਈਏ ਸਤਿਗੁਰਾਂ ਜੀ ਦੇ ਚਰਨਾਂ ਵਿੱਚ ਸੀਸ, ਲਵਾਈਏ ਹਾਜ਼ਰੀਆਂ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਮੈਂ ਮੰਗਲਾਚਰਨ ਰੂਪ ਅੰਦਰ ਆਪ ਜੀ ਦੇ ਨਾਲ ਕੁਝ ਸ਼ਬਦ ਸਾਂਝੇ ਕੀਤੇ ਹਨ। ਇੱਕ ਤਾਂ ਸਤਿਗੁਰੂ ਜੀ ਪਾਵਨ ਪਵਿੱਤਰ ਬਾਣੀ ਵਿੱਚ ਫਰਮਾਉਂਦੇ ਨੇ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਜੈਸਾ ਸੰਸਾਰ ਵਿੱਚ ਕੋਈ ਵੀ ਨਹੀਂ ਤੇ ਜਿਸ ਬੰਦੇ ਦੇ ਮੱਥੇ ਦੇ ਚੰਗੇ ਭਾਗ ਹੁੰਦੇ ਨੇ ਉਹੀ ਗੁਰੂ ਦੀ ਸੇਵਾ ਵਿੱਚ ਲੱਗਦਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਵੀ ਮੈਂ ਸਾਂਝੇ ਕੀਤੇ, ਨਮਸਕਾਰ ਗੁਰਦੇਵ ਕੋ ਸਤਨਾਮ, ਜਿਸ ਮੰਤਰ ਸੁਨਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਉਸ ਗੁਰਦੇਵ ਦੇ ਚਰਨਾਂ ਵਿੱਚ ਨਮਸਕਾਰ ਹੈ, ਜਿਸ ਗੁਰਦੇਵ ਨੇ, ਜਿਸ ਗੁਰੂ ਨੇ ਸਾਨੂੰ ਭਵਜਲ ਵਿੱਚੋਂ ਕੱਢ ਕੇ ਸਾਨੂੰ ਮੁਕਤੀ ਦਾ ਰਸਤਾ ਦੱਸਿਆ। ਤੇ ਉਹ ਰਸਤਾ ਕਿਹੜਾ ਸੀ? ਸਤਨਾਮ ਪੜ੍ਹ, ਮੰਤਰ ਸੁਨਾਇਆ। ਸਾਨੂੰ ਸਤਨਾਮ ਦਾ ਮੰਤਰ ਦਿੱਤਾ ਗੁਰੂ ਨੇ, ਕਿਉਂਕਿ ਗੁਰੂ ਸਾਨੂੰ ਭਵਜਲ ਵਿੱਚੋਂ ਕੱਢ ਸਕਦਾ ਹੈ।
ਅਸੀਂ ਸਾਰੇ ਸੰਸਾਰੀ ਜੀਵ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਆਪਣੀ ਕਵਿਤਾ ਦੇ ਅੰਦਰ ਇੱਕ ਵਚਨ ਲਿਖਿਆ, ਕਹਿਣ ਲੱਗੇ ਜੈਸੇ ਗੋ ਬੰਸ ਤ੍ਰਿਣ ਖਾਏ ਦੂਹੇ ਗੋਰਸ ਦੈ, ਗੋਰਸ ਓਟਾਏ ਦਦ ਮਾਖਨ ਪ੍ਰਗਾਸ ਹੈ, ਊਖ ਮੈਂ ਪੀਊਕ ਤਨ ਖੰਡ ਖੰਡ ਕੇ ਪਿਰਾਏ, ਰਸ ਓਟਾਏ ਖੰਡ ਮਿਸ਼ਰੀ ਮਿਠਾਸ ਹੈ, चंदन सुगंध सन बंद कै बनास्पति, ढाक उपलाफ जैसे चंदन सुबास है, तैसे संसारी साध संगत मिलन निरंकारी होत, गुरमत परोपकार कै हृदय निवास है। श्रीमान भाई साहब भाई गुरदास जी कहते, ऐ दुनिया दे लोगों असी सारे संसारी जीव हाँ, संसार विच विचरदे हाँ, परिवारां वाले हाँ, बच्चियां वाले हाँ, पैर पैर ते गुनाह करदे हाँ, पैर पैर ते पाप करदे हाँ, हुंदे ने साडे तो। पर भाई साहब भाई गुरदास जी कहंदे जैसे गौ वंश, गौ भाव गऊआं दी जाति, गऊ आपां कह लईए गां, वंश भाव वंश, जिवें गौ वंश जिवें गऊआं दी जाति, तृण खाए, तृण कहंदे ने घाह नूं, घाह खा के दूहे गोरस दै, दूहे कहंदे ने चोण ते, गोरस दै दुध दिंदी है, गोरस भाव दुध, दूहे गोरस दै चोण ते दुध दिंदी है। जिवें गऊआं दी जाति भावें जिवें गां मझ पट्ठे खा के घाह खा के चोण ते दुध दिंदी है, फिर गोरस ओटाए दद माखन प्रगास है। गोरस ओटाए भाव दुध, दुध नूं जदों आपां रूप वटाउंदे हां, भाव नूं जाग लाउंदे हां, जदों दुध नूं जाग लगदी है फिर वो दुध अपना रूप वटा के दही बन जाता है ते दुध सी ना, पर जदों उहनूं जाग लगी उन्हें अपना रूप वटा लिया, वो दुध तो दही बन गया। गोरस ओटाए दद माखन प्रगास है, फिर दही बन जाता है, फिर मक्खन भी निकलता है। दूजी उदाहरण दी, जैसे ऊख मैं पीऊक तन खंड खंड के पिराए, जिवें गन्ने दे विच मिठास है, रस है, ते तुसी देखदे हो गन्ने नूं किवें कटिया जांदा है, कोलू विच पीड़िया जांदा है, उस विचों फिर रस कढिया जांदा है। किन्नी मशक्कत किन्नी घालना गन्ना करदा है, किन्ना दुख सहंदा है, कसवट्टी लगदी है, फिर जाके किते रस निकलदा है उस विचों, ते जदों रस निकलदा है उस रस दे नाल रस ओटाए खंड मिश्री मिठास है, फिर उस रस तो आपां मिठे पदार्थ बनाउंदे हां। ते तीजी उदाहरण दित्ती, चंदन सुगंध सन बंद कै बनास्पति, हुण जंगल दे विच बड़े बूटे ने, बड़े रुख ने, सुनियो श्रीमान भाई साहब भाई गुरदास कहंदे ऐ दुनिया दे लोको चंदन दा बूटा ते इक है, टाक पलास होर बड़ी किस्मां दे बड़ियां जातां दे रुख विच रहिंदे ने, पर जिन्हें चंदन दी संगत कर लई, चंदन सुगंध सनबंध कै बनास्पति, ढाक ओ पलाफ जैसे चंदन सुबास है। इन्हां रुखां दे विचों भी, आम रुखां विचों भी चंदन वर्गी खुशबू आनी शुरू हो जाती है। फिर साडे लोकां दा हाल वेख के ना भाई साहब भाई गुरदास कहंदे निराश ना होयो, निराश नहीं होना, भावें संसारियां पैर पैर ते गुनाह करदियां पापियां। साहब कहंदे भाई साहब भाई गुरदास कहंदे तैसे साध संगत मिल संसारी निरंकारी होत, गुरमत परोपकार कै हृदय निवास है। असी है तां संसारी, पर जदों सतगुरु दी संगत विच आके बैठदे हां असी संसारी तो निरंकारी हो जाते हैं। जदों संसार विच विचरदे हां संसारी हां, जदों निरंकार दी गोद विच आके बैठदे हां ना, क्योंकि ये जिहड़ी सत संगत है ये अकाल पुरख दी गोद है।
ਮਾਧੋ ਸਤ ਸੰਗਤ ਸ਼ਰਨ ਤੁਮਾਰੀ। ਇਹ ਅਕਾਲ ਪੁਰਖ ਦੀ ਗੋਦ ਹੈ। ਜਦੋਂ ਇਸ ਵਿੱਚ ਆ ਕੇ ਬੈਠਦੇ ਹਾਂ, ਭਾਈ ਗੁਰਦਾਸ ਕਹਿੰਦੇ ਫਿਰ ਸਾਧ ਸੰਗਤ ਮਿਲ ਸੰਸਾਰੀ ਨਿਰੰਕਾਰੀ ਹੋਤ। ਅਸੀਂ ਵੀ ਨਿਰੰਕਾਰ ਵਾਲੇ ਬਣ ਜਾਂਦੇ ਹਾਂ। ਇੱਕ ਅਰਦਾਸ ਕਰੀਏ, ਸਤਿਗੁਰੂ ਰਾਖ ਪਿਤਾ ਪ੍ਰਭ ਮੇਰੇ। ਹੇ ਮੇਰੇ ਪਿਤਾ ਪਰਮੇਸ਼ਰ ਜੀ, ਤੁਸੀਂ ਆਪ ਹੀ ਰੱਖ ਲਵੋ, ਕਿਉਂਕਿ ਸਾਡੇ ਅੰਦਰ ਅਵਗੁਣ ਹੀ ਅਵਗੁਣ ਨੇ, ਅਵਗੁਣਾਂ ਦੇ ਭਰੇ ਹਾਂ। ਤਾਂ ਹੀ ਤੇ ਗੁਰੂਦੇਵ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਖਿਆ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ ਤਰਸ ਪਿਆ, ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਸਾਹਿਬ ਤੇ ਕਹਿੰਦੇ ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਦਾਤਾ ਸਾਡੇ ਅੰਦਰ ਤਿਤਨੇ ਅਵਗੁਣ ਨੇ। ਸਾਹਿਬ ਕਹਿੰਦੇ ਨੇ ਬਾਣੀ ਅੰਦਰ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਆਓ ਸਤਿਗੁਰੂ ਜੀ ਤਰਸ ਕਰਨ, ਆਪਣੀ ਮਨੋਬਿਰਤੀਆਂ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਟਿਕਾਓ। ਆਓ ਅੱਜ ਮੀਰੀ ਪੀਰੀ ਦੇ ਦਾਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਪਾਂ ਯਾਦ ਕਰੀਏ। ਸਤਿਗੁਰਾਂ ਜੀ ਦੇ ਜੀਵਨ ਵੱਲ ਇੱਕ ਪੰਛੀ ਝਾਤ ਮਾਰ ਕੇ ਆਪਾਂ ਸਤਿਗੁਰੂ ਜੀ ਦੀ ਖੁਸ਼ੀਆਂ ਲਈਏ। ਜਿਤਨੀ ਵੀ ਸੰਗਤ ਜੁੜ ਬੈਠੇ ਹੋ, ਰਸਨਾ ਨੂੰ ਪਵਿੱਤਰ ਕਰੋ। ਆਖੋ ਸਤਿਨਾਮ ਵਾਹਿਗੁਰੂ। ਫਿਰ ਉਚਾਰਨ ਕਰੋ ਜੀ, ਸਤਿਨਾਮ ਵਾਹਿਗੁਰੂ। ਮੀਰੀ ਪੀਰੀ ਦੇ ਦਾਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮਾਤਾ ਗੰਗਾ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਇੱਕ ਦਿਨ ਸ਼ਾਮਾਂ ਦਾ ਸਮਾਂ, ਸਤਿਗੁਰੂ ਜੀ ਸੇਜ ਤੇ ਬਿਰਾਜਮਾਨ ਨੇ। ਮਾਤਾ ਗੰਗਾ ਜੀ ਕੋਲ ਆਏ, ਆ ਕੇ ਕਹਿਣ ਲੱਗੇ, ਹਜੂਰ ਆਪ ਜੀ ਲੋਕਾਂ ਨੂੰ ਦਾਤਾਂ ਵੰਡਦੇ ਹੋ, ਲੋਕਾਂ ਦੀਆਂ ਝੋਲੀਆਂ ਭਰਦੇ ਹੋ, ਸੰਗਤਾਂ ਦੀਆਂ ਝੋਲੀਆਂ ਭਰਦੇ ਹੋ, ਪੁੱਤਰਾਂ ਦੇ ਦਾਨ ਦਿੰਦੇ ਹੋ, ਦਾਤਾਂ ਬਖਸ਼ਦੇ ਹੋ। ਹੁਣ ਤੇ ਆਪਣੇ ਵੀ ਮਿਹਨੇ ਮਾਰਨ ਲੱਗ ਪਏ ਨੇ ਪਾਤਸ਼ਾਹ। ਹੁਣ ਸਾਰੇ ਆਖਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਜਿਹੜੀ ਹੈ ਔਲਾਦ ਹੋਣੀ ਨਹੀਂ, ਤੇ ਜਿਹੜੀ ਗੁਰਤਾ ਗੱਦੀ ਹੈ ਉਹ ਪ੍ਰਿਥਵੀ ਚੰਦ ਦੇ ਘਰ ਚਲੀ ਜਾਣੀ ਹੈ। ਪਾਤਸ਼ਾਹ ਕਿਰਪਾ ਕਰੋ, ਗੱਲ ਗੁਰਗੱਦੀ ਦੀ ਨਹੀਂ, ਪਰ ਮੇਰੀ ਕੁੱਖ ਵੀ ਜਿਹੜੀ ਹੈ ਉਹ ਹਰੀ ਹੋਵੇ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਾਤਾ ਗੰਗਾ ਜੀ ਨੇ, ਤੇ ਮਾਤਾ ਗੰਗਾ ਜੀ ਦੇ ਬਚਨ ਸੁਣ ਕੇ ਸਤਿਗੁਰੂ ਕਹਿਣ ਲੱਗੇ ਵੀ ਜਾਓ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਜਾਓ। ਮਾਣ ਦਿੱਤਾ ਬਾਬਾ ਬੁੱਢਾ ਸਾਹਿਬ ਜੀ ਨੂੰ, ਆਖਿਆ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਜਾਓ, ਅਰਦਾਸ ਕਰਵਾਓ। ਸਤਿਗੁਰੂ ਅਕਾਲ ਪੁਰਖ ਪਰਮਾਤਮਾ ਕਿਰਪਾ ਕਰੇਗਾ, ਪਰਮੇਸ਼ਰ ਕੁੱਖ ਹਰੀ ਹੋਵੇਗੀ। ਮਾਤਾ ਗੰਗਾ ਜੀ ਗਏ। ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਕੇਵਲ ਇੱਕ ਮੈਂ ਪੰਛੀ ਝਾਤ ਆਪਾਂ ਮਾਰਨੀ ਹੈ। ਇੱਕ ਲੜੀ ਬਣਾ ਕੇ ਪਹਿਲੀ ਵਾਰ ਗਏ, ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਾਤਾ ਜੀ ਜਦੋਂ ਕੁਝ ਲੈਣਾ ਹੋਵੇ ਤੇ ਬੜਾ ਨਿਮਰ ਹੋ ਕੇ ਲੈਣਾ ਪੈਂਦਾ ਹੈ। ਮਾਤਾ ਗੰਗਾ ਜੀ ਦੁਬਾਰਾ ਗਏ, ਸੇਵਾ ਕੀਤੀ, ਆਪਣੇ ਨਾਲ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਲੈ ਕੇ ਗਏ, ਪ੍ਰਸ਼ਾਦਾ ਛਕਿਆ ਬਾਬਾ ਬੁੱਢਾ ਸਾਹਿਬ ਜੀ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿੱਚ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਚਰਨਾਂ ਦਾ ਆਸ਼ੀਰਵਾਦ ਲੈ ਕੇ। ਤੇ ਗੁਰਮੁਖੋ ਬਾਬਾ ਬੁੱਢਾ ਸਾਹਿਬ ਜੀ ਨੇ ਗੰਢਾ ਭੰਨ ਕੇ ਆਖਿਆ, ਮਾਤਾ ਜੀ
ਤੁਹਾਡੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ ਉਹ ਇਸ ਤਰ੍ਹਾਂ ਹੋਵੇਗਾ ਜਿਵੇਂ ਇਹ ਗੰਢਾ ਭੰਨਿਆ, ਉਹ ਵੱਡਾ ਹੋ ਕੇ ਜਿਹੜਾ ਦੁਸ਼ਮਣਾਂ ਦੇ ਸਿਰ ਭੰਨੇਗਾ, ਉਹ ਮੁਗਲਾਂ ਦੇ ਤੁਰਕਾਂ ਦੇ ਸਿਰ ਭੰਨੇਗਾ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖ ਤੋਂ ਸਨ 1595 ਈਸਵੀ ਦੇ ਅੰਦਰ ਗੁਰੂ ਕੀ ਵਡਾਲੀ ਵਿਖੇ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਦਾਤੇ ਦਾ ਪ੍ਰਕਾਸ਼ ਹੋਇਆ। ਪਿਆਰਿਓ, ਖੁਸ਼ੀਆਂ ਵੰਡੀਆਂ ਗਈਆਂ। ਇਸ ਘਰ ਵਿੱਚ ਤੇ ਖੁਸ਼ੀਆਂ ਆਈਆਂ ਨੇ ਬੜੀਆਂ, ਲੋਕੀ ਬੜੀ ਵਧਾਈ ਦੇਣ ਆਉਣ ਲੱਗੇ ਨੇ, ਲੋਕਾਂ ਨੇ ਵਧਾਈਆਂ ਵੀ ਦਿੱਤੀਆਂ, ਪਰ ਕਿਤੇ ਅੱਜ ਰਾਤ ਰੋਟੀ ਵੀ ਨਹੀਂ ਪੱਕੀ। ਅੱਜ ਕਿਸੇ ਦੇ ਘਰ ਰੋਟੀ ਵੀ ਨਹੀਂ ਪੱਕੀ, ਮਾਤਮ ਛਾ ਗਿਆ। ਕਿਹਨਾਂ ਦੇ ਘਰ? ਪ੍ਰਿਥਵੀ ਚੰਦ ਜੀ ਦੇ ਘਰ। ਵੇਖੋ, ਹੈ ਤੇ ਆਪਣੇ ਨੇ ਨਾ, ਹੈ ਤੇ ਸਕੇ ਨੇ, ਪਰ ਜਦੋਂ ਇਹ ਮੋਹ ਮਾਇਆ ਦਾ ਜਾਲ, ਪਤਾ ਨਹੀਂ ਇਹ ਮਾਇਆ ਕਿਸ ਨੇ ਬਣਾਈ ਹੈ, ਇਹ ਕਿਸ ਨੇ ਪੈਸਾ ਬਣਾਇਆ। ਵੱਡੇ ਛੋਟੇ ਦਾ ਫਰਕ ਖਤਮ ਕਰਕੇ, ਵੱਡੇ ਛੋਟੇ ਦਾ ਪਿਆਰ ਖਤਮ ਕਰਕੇ ਇਹ ਬੰਦੇ ਨੂੰ ਚੁਰਾਹੇ ਤੇ ਲਿਆ ਕੇ ਬੇਇੱਜ਼ਤੀ ਦੇ ਦਰ ਤੇ ਖੜੀ ਕਰ ਦਿੰਦੀ ਹੈ ਮਾਇਆ। ਇਹ ਮੋਹ ਮਾਇਆ ਜਿਸ ਵਿੱਚ ਪ੍ਰਿਥਵੀ ਚੰਦ ਪੂਰੀ ਤਰ੍ਹਾਂ ਗ੍ਰਸਤ ਹੈ। ਅੱਜ ਘਰ ਰੋਟੀ ਨਹੀਂ ਪੱਕੀ, ਮਾਤਮ ਛਾਇਆ ਹੋਇਆ ਹੈ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਪੁੱਤਰ ਕਿਵੇਂ ਪੈਦਾ ਹੋ ਗਿਆ। ਗੁਰਮੁਖੋ, ਫਿਰ ਵੀ ਟਲੇ ਨਹੀਂ, ਚਾਲਾਂ ਚਲੀਆਂ। ਤੁਸੀਂ ਸਾਰੇ ਜਾਣਦੇ ਹੋ ਕਿਵੇਂ ਕਿਹੜੀਆਂ ਚਾਲਾਂ ਚਲੀਆਂ, ਤੇ ਬੜੀਆਂ ਚਾਲਾਂ ਚਲੀਆਂ, ਪਰ ਕੋਈ ਵੀ ਚਾਲ ਸਫਲ ਨਾ ਹੋਈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਚਨ ਹੈ, ਇਹ ਧੁਰ ਕੀ ਬਾਣੀ ਦਾ, ਕਿ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਇ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕੋਈ ਵਾਲ ਵੀ ਵਿੰਗਾ ਨਾ ਕਰ ਸਕਿਆ। ਬੜੀਆਂ ਚਾਲਾਂ ਚਲੀਆਂ ਪਰ ਅਸਫਲ ਹੋ ਗਈਆਂ। ਕਿਸੇ ਨੇ ਬੜਾ ਸੋਹਣਾ ਬਚਨ ਆਖਿਆ, ਰੱਬ ਨੂੰ ਪੁੱਛਿਆ ਇੱਕ ਵਾਰ, ਕਹਿੰਦੇ ਰੱਬਾ ਸਾਨੂੰ ਇਹ ਦੱਸੋ, ਐ ਪ੍ਰਮਾਤਮਾ ਇਹ ਦੱਸੋ ਵੀ ਤੁਸੀਂ ਕਦੇ ਹੱਸਦੇ ਹੋ ਕਿਸੇ ਉੱਪਰ? ਤੇ ਪ੍ਰਮਾਤਮਾ ਨੇ ਆਖਿਆ, ਹਾਂ ਮੈਂ ਹੱਸਦਾ ਹਾਂ ਦੋ ਗੱਲਾਂ ਤੇ ਬਸ। ਕਿਸੇ ਵਿਦਵਾਨ ਸੱਜਣ ਨੇ ਆਪਣੇ ਢੰਗ ਨਾਲ ਸਮਝਾਇਆ ਤੇ ਕਹਿੰਦੇ ਪ੍ਰਮਾਤਮਾ ਕਹਿੰਦਾ ਮੈਂ ਦੋ ਗੱਲਾਂ ਤੇ ਹੱਸਦਾ। ਕਿਸੇ ਨੇ ਪੁੱਛਿਆ ਵੀ ਰੱਬ ਕਿਹੜੀਆਂ ਗੱਲਾਂ ਤੇ? ਪ੍ਰਮਾਤਮਾ ਕਹਿੰਦਾ ਇਹ ਉਹ ਦੋ ਗੱਲਾਂ ਇਹ ਨੇ। ਪਹਿਲੀ ਗੱਲ, ਜਦੋਂ ਮੈਂ ਕਿਸੇ ਨੂੰ ਮਾਰਾਂ ਤੇ ਕੋਈ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰੇ ਤੇ ਮੈਂ ਬੜਾ ਹੱਸਦਾ। ਦੂਜੀ ਗੱਲ, ਜਦੋਂ ਮੈਂ ਕਿਸੇ ਨੂੰ ਬਚਾਵਾਂ ਤੇ ਉਹਨੂੰ ਕੋਈ ਦੂਜਾ ਮਾਰਨ ਦੀ ਕੋਸ਼ਿਸ਼ ਕਰੇ, ਮੈਨੂੰ ਫਿਰ ਤਾਂ ਬੜਾ ਹਾਸਾ ਆਉਂਦਾ ਹੈ, ਕਿਉਂਕਿ ਜਿਹਨੂੰ ਮੈਂ ਮਾਰਾਂ ਉਹਨੂੰ ਬਚਾਵੇ ਕੌਣ, ਤੇ ਜਿਹਨੂੰ ਮੈਂ ਬਚਾਵਾਂ ਉਹਨੂੰ ਮਾਰੇ ਕੌਣ। ਸ਼ਾਇਦ ਗੱਲ ਸਮਝ ਵਿੱਚ ਆ ਗਈ ਹੋਵੇਗੀ। ਪਰਮਾਤਮਾ ਕਹਿੰਦਾ ਜਿਹਨੂੰ ਮੈਂ ਬਚਾਵਾਂ ਉਹਨੂੰ ਮਾਰੇ ਕੌਣ, ਜਿਹਨੂੰ ਮੈਂ ਮਾਰਾਂ ਤੇ ਉਹਨੂੰ ਬਚਾਵੇ ਕੌਣ। ਫਿਰ ਜਦੋਂ ਇਹ ਦੋ ਗੱਲਾਂ ਲੋਕ ਆਪ ਵਿੱਚ ਵੜ ਕੇ ਕਰਦੇ ਨੇ, ਮੈਨੂੰ ਬੜਾ ਹਾਸਾ ਆਉਂਦਾ। ਸਾਹਿਬ ਸੱਚੇ ਪਾਤਸ਼ਾਹ ਨੂੰ ਮਾਰਨ ਵਾਸਤੇ ਬੜੇ ਢੰਗ ਅਪਣਾਏ, ਪਰ ਕੋਈ ਵੀ ਚਾਲ ਨਾ ਚੱਲੀ, ਕਿਉਂਕਿ ਸਾਹਿਬ ਕਹਿੰਦੇ ਜਿਵਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਇ। ਹਜੂਰ ਛੇਵੇਂ ਪਾਤਸ਼ਾਹ ਵੱਡੇ ਹੁੰਦੇ ਗਏ, ਸਮਾਂ ਆ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਤਤੀਆਂ ਤਵੀਆਂ ਤੇ ਬੈਠ ਗਏ। ਗੁਰਮੁਖੋ, ਦੇਗ ਵਿੱਚ ਉਬਾਲੇ ਖਾ ਲਏ। ਸਤਿਗੁਰਾਂ ਜੀ ਦਾ ਅੱਗੇ ਸ਼ਹੀਦੀ ਦਿਹਾੜਾ ਵੀ ਆ ਰਿਹਾ ਹੈ। ਉਸ ਸਮੇਂ ਪੂਰਨ ਸ਼ਹੀਦੀ ਦੇ ਜਿਹੜੇ ਕਾਰਨ ਨੇ, ਸ਼ਹੀਦੀ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਜਾਵੇਗਾ। ਕੇਵਲ ਮੈਂ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਜੀਵਨ ਸੰਬੰਧੀ ਵਿਚਾਰਾਂ ਕਰਨੀਆਂ ਨੇ। ਪਰ ਹਜੂਰ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਬਚਨ ਕਹਿ ਕੇ ਗਏ ਸਨ ਜਹਾਂਗੀਰ ਨੂੰ, ਮੇਰੀ ਸਦਾ ਕੋ ਦਬਾਨਾ ਤੋ ਮੁਮਕਿਨ ਹੈ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਐ ਜਹਾਂਗੀਰ, ਤੂੰ ਮੇਰੇ ਬਚਨਾਂ ਨੂੰ ਦਬਾ ਸਕਦਾ ਹੈ। ਮੇਰੀ ਸਦਾ ਕੋ ਦਬਾਨਾ ਤੋ ਮੁਮਕਿਨ ਹੈ, ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ। ਹਸੀਲੇ
फातिश वा आहिन वा बुलंद सही, मगर बदलते वक्त की रफ्तार कौन रोकेगा। मेरे ख्यालों की परवाज को रोकने वालों, हर गोबिंद की तलवार कौन रोकेगा। गुरमुखो ਉਹ ਗੱਲ ਸੱਚ ਹੋਈ ਜਦੋਂ ਮੀਰੀ ਪੀਰੀ ਦੇ ਦਾਤੇ ਹਜੂਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਦੋਂ ਸਤਿਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ 11 ਸਾਲ ਦੀ ਉਮਰ ਵਿੱਚ, ਕਿਤਨੀ 11 ਸਾਲ ਦੀ ਉਮਰ, ਸਨ 1606 ਈਸਵੀ ਦੇ ਵਿੱਚ ਹਜੂਰ ਸਤਿਗੁਰੂ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ ਤੇ ਪਾਈਆਂ ਮੀਰੀ ਪੀਰੀ ਦੀਆਂ 2 ਤਲਵਾਰਾਂ ਸਤਿਗੁਰਾਂ ਨੇ ਸਜਾਈ ਹੈ ਦਸਤਾਰ ਤੇ ਉੱਪਰ ਲਾਈ ਹੈ ਕਲਗੀ। ਗੁਰਮੁਖੋ ਪਿੱਛੇ ਪਾਇਆ ਧੀਰਾਂ ਦਾ ਪੱਥਾ ਤੇ ਸਿੱਖ ਸੇਵਕਾਂ ਦਾ ਸਾਹਮਣੇ ਤਿਆਰ ਕਰ ਲਿਆ ਮਹਾਰਾਜ ਨੇ ਜੱਥਾ। ਤੇ ਫਿਰ ਪਾਤਸ਼ਾਹ ਜਿਹੜੀ ਆਵਾਜ਼ ਵਿੱਚ ਉੱਥੇ ਬੋਲੇ, ਉਸ ਰੂਪ ਨੂੰ ਵੇਖ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿ ਉੱਠੇ। ਆਖਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਕਹਿਣ ਲੱਗੇ ਐ ਦੁਨੀਆ ਦੇ ਲੋਕੋ ਵੇਖੋ ਹੁਣ ਸੰਸਾਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਸ਼ਖਸੀਅਤ ਹੈ ਉਹ ਕੈਸੀ ਹੈ। 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰ ਭਾਰੀ। ਆਖਿਆ ਇਹ ਭਾਰੀ ਗੁਰੂ ਹੈ ਗੁਰੂ ਹਰਗੋਬਿੰਦ ਸਾਹਿਬ। 5 ਪਿਆਲੇ 5 ਪੀਰ ਛਟਮ ਪੀਰ ਬੈਠਾ ਗੁਰੂ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਛੋੜੀ ਪੀੜੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਪੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰਉਪਕਾਰੀ। ਸਤਿਗੁਰੂ ਜੁਗ ਜੁਗ ਧਰੇ ਅਵਤਾਰੀ। ਭਾਈ ਸਾਹਿਬ ਭਾਈ ਗੁਰਦਾਸ ਨੇ ਬਚਨ ਕਹੇ। ਸਤਿਗੁਰੂ ਜੀ ਤਿਆਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਰਜਵੀਂ ਆਵਾਜ਼ ਵਿੱਚ ਆਖਿਆ, ਸਿੱਖ ਸੰਗਤ ਜੀ ਤਤੀਆਂ ਤਵੀਆਂ ਤੇ ਵੀ ਬੈਠ ਕੇ ਵੇਖ ਲਿਆ, ਉਬਲਦੀ ਦੇਗਾਂ ਵਿੱਚ ਵੀ ਉਬਲ ਕੇ ਵੇਖ ਲਿਆ, ਪਰ ਇਸ ਤਰ੍ਹਾਂ ਗੱਲ ਨਹੀਂ ਬਣਨੀ। ਇਹਨਾਂ ਨੇ ਸਾਨੂੰ ਮਾਲਾ ਪਕੜ ਕੇ ਅਸੀਂ ਨਾਮ ਜਪਣਾ ਚਾਹਿਆ, ਪਰ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਬੈਠ ਕੇ ਮਾਲਾ ਪਕੜ ਕੇ ਨਾਮ ਨਹੀਂ ਜਪਣ ਦਿੱਤਾ। ਹੁਣ ਖੰਡਾ ਖੜਕੇਗਾ, ਸਿੱਖ ਗੱਜੇਗਾ ਤੇ ਜਿਹੜਾ ਵੈਰੀ ਹੈ ਮੈਦਾਨ ਛੱਡ ਕੇ ਭੱਜੇਗਾ। ਹੁਣ ਜੇ ਸਾਡੀ ਖੁਸ਼ੀ ਲੈਣੀ ਹੈ, ਜੇ ਗੁਰੂ ਦੀ ਖੁਸ਼ੀ ਲੈਣੀ ਹੈ, ਕੜਾ ਪ੍ਰਸ਼ਾਦ ਵੀ ਲਿਆਇਓ ਭੇਟਾ ਵਾਸਤੇ, ਪਰ ਕੜਾ ਪ੍ਰਸ਼ਾਦ ਦੇ ਨਾਲ ਨਾਲ ਹੁਣ ਤੁਸੀਂ ਆਪਣੀਆਂ ਜਵਾਨੀਆਂ ਵੀ ਭੇਟਾ ਕਰਨੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਹੁਣ ਸੋਹਣੇ ਸੋਹਣੇ ਸ਼ਸਤਰ ਸਾਡੀ ਭੇਟਾ ਵਿੱਚ ਲਿਆਇਓ, ਹੁਣ ਸੋਹਣੇ ਸੋਹਣੇ ਘੋੜੇ ਸਾਡੀ ਭੇਟਾ ਵਿੱਚ ਲਿਆਇਓ, ਜੇ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਖੁਸ਼ੀਆਂ ਲੈਣੀਆਂ ਨੇ। ਹਜੂਰ ਦੇ ਬਚਨ ਸੁਣ ਕੇ ਸਾਰੇ ਹੈਰਾਨ ਨੇ। ਅੱਜ ਤੱਕ ਤੇ ਕੇਵਲ ਨਾਮ ਦੀਆਂ ਗੱਲਾਂ ਸਨ, ਸ਼ਾਂਤੀ ਦੀਆਂ ਗੱਲਾਂ ਸਨ, ਸਹਿਜ ਦੀਆਂ ਗੱਲਾਂ ਸਨ। ਅੱਜ ਗੁਰੂ ਹਰਗੋਬਿੰਦ ਸਾਹਿਬ ਕਿਹੋ ਜਿਹੇ ਬਚਨ ਕਰ ਰਹੇ ਨੇ। ਤੇ ਗੁਰਮੁਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਹੁਣ ਜਿਹੜਾ ਹੈ ਖੰਡਾ ਖੜਕੇਗਾ। ਢਾਡੀ ਪ੍ਰਥਾ ਮਹਾਰਾਜ ਨੇ ਬੁਲੰਦ ਕੀਤੀ। ਆਖਿਆ ਬਾਬਾ ਬਿਧੀ ਚੰਦ ਨੂੰ ਬੁਲਾਇਆ ਤੇ ਭੇਜਿਆ। ਵੇਖੋ ਕਿੱਥੇ, ਪਿੰਡ ਸੁਰ ਸਿੰਘ। ਮਹਾਰਾਜ ਸੱਚੇ ਪਾਤਸ਼ਾਹ ਨੇ ਸੁਰ ਸਿੰਘ ਭੇਜਿਆ। ਆਖਿਆ ਬੁਲਾ ਕੇ ਲਿਆਓ ਗੁਰੂ ਕੇ ਢਾਡੀਆਂ ਨੂੰ। ਭਾਈ ਨੱਥਾ ਭਾਈ ਅਬਦੁੱਲਾ ਲੈਣ ਚਲੇ ਗਏ ਬਾਬਾ ਬਿਧੀ ਚੰਦ ਜੀ। ਭੇਜਿਆ ਹਾਥੀ, ਇੱਕ ਹਾਥੀ ਤੇ ਬਿਠਾ ਕੇ ਲਿਆਇਓ। ਜਦੋਂ ਲੈਣ ਗਏ ਭਾਈ ਨੱਥਿਆ ਭਾਈ ਅਬਦੁੱਲਾ ਤਿਆਰ ਹੋਵੋ, ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਦਿਆ। ਤਿਆਰ ਹੋਏ ਚੱਲਣ ਲੱਗੇ ਪੈਦਲ। ਤੇ ਬਾਬਾ ਬਿਧੀ ਚੰਦ ਕਹਿਣ ਲੱਗੇ ਨੱਥਾ ਜੀ ਅਬਦੁੱਲਾ ਜੀ ਹਾਥੀ ਤੇ ਬੈਠੋ, ਪੈਦਲ ਤੁਰੇ ਜਾਂਦੇ ਹੋ। ਆਖਿਆ ਬਾਬਾ ਜੀ ਸਾਨੂੰ ਤੇ ਕਿਸੇ ਨੇ ਕਦੇ ਗੱਡੇ ਤੇ ਨਹੀਂ ਬਾਇਆ, ਹਾਥੀ ਤੇ ਬਾਹਾਂਗੇ। ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਹਾਂ ਸਤਿਗੁਰੂ ਆਪਣੇ ਸਿੱਖਾਂ ਦਾ ਸਤਿਕਾਰ ਕਰਦੇ ਨੇ, ਤੁਸੀਂ ਗੁਰੂ ਕੇ ਢਾਡੀ ਹੋ, ਤੁਹਾਨੂੰ ਆਖਿਆ ਵੀ ਹਾਥੀ ਤੇ ਬਿਠਾ ਕੇ ਲਿਆਉਣਾ।
ਮਹਾਰਾਜ ਨੇ ਹਾਥੀ ਭੇਜਿਆ ਸੀ। ਹਾਥੀ ਤੇ ਬੈਠ ਕੇ ਬੜੀ ਸ਼ਾਨੋ ਸ਼ਾਕਤ ਦੇ ਨਾਲ ਇਹ ਆਏ ਹਜੂਰ ਦੀ ਹਜੂਰੀ ਦੇ ਅੰਦਰ। ਆ ਕੇ ਨਾ ਆਪਣੀਆਂ ਜਿਹੜੀਆਂ ਢੱਡਾਂ ਨੇ ਉਹਨਾਂ ਨੂੰ ਕੱਸਣ ਲੱਗ ਪਏ, ਤਾਰਾਂ ਨੂੰ ਸੁਰ ਕਰਨ ਲੱਗ ਪਏ। ਅੱਜ ਥੋੜਾ ਇਹ ਜੋਸ਼ੀਲਾ ਇਤਿਹਾਸ ਹੈ ਤੇ ਆਪਾਂ ਉਸੇ ਢੰਗ ਦੇ ਨਾਲ ਥੋੜਾ ਵਰਣਨ ਕਰਨ ਦਾ ਯਤਨ ਕਰਾਂਗੇ ਤਾਂ ਕਿ ਉਹ ਰਸ ਬਣਿਆ ਰਵੇ। ਜਦੋਂ ਭਾਈ ਨੱਥਾ ਤੇ ਭਾਈ ਅਬਦੁੱਲਾ ਜੀ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਢੱਡ ਕੱਸਣ ਲੱਗ ਪਏ, ਤਾਰਾਂ ਸੁਰ ਕਰਨ ਲੱਗ ਪਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ, ਨੱਥਾ ਜੀ, ਅਬਦੁੱਲਾ ਜੀ, ਚੰਗੀ ਤਰ੍ਹਾਂ ਸੁਰ ਕਰੋ ਇਹਨਾਂ ਨੂੰ, ਤੇ ਜਿਹੜੀ ਸੁਰ ਤੁਸੀਂ ਲਾਉਣੀ ਹੈ ਨਾ ਉਹ ਉੱਚੀ ਲਾਉਣੀ ਹੈ, ਨੀਵੀਂ ਸੁਰ ਨਹੀਂ ਲਾਣੀ। ਅੱਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਮਹਾਰਾਜ ਉੱਚੀ ਸੁਰ? ਕਹਿੰਦੇ ਹਾਂ, ਹੁਣ ਉੱਚੀ ਸੁਰ ਲਾਉਣੀ ਹੈ ਤੁਸੀਂ, ਕਿਉਂਕਿ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰ। ਇਹ ਜੋਧਿਆਂ ਦੀ ਕਾਰਨਾਮੇ ਹੁੰਦੇ ਨੇ ਉੱਚਾ ਗਾਉਣਾ। ਹਾਰੀ ਸਾਰੀ ਨਹੀਂ ਗਾ ਸਕਦਾ, ਜੋਧੇ ਗਾਉਂਦੇ ਨੇ, ਜਿਨ੍ਹਾਂ ਦੇ ਜਿਗਰ ਵਿੱਚ ਆਵਾਜ਼ ਹੁੰਦੀ ਹੈ, ਜ਼ੋਰ ਹੁੰਦਾ ਹੈ। ਸਾਹਿਬ ਕਹਿੰਦੇ ਉੱਚੇ ਕੂਕੇ ਵਾਦਾ ਗਾਵੇ ਜੋਧਾ ਕਾ ਵਿਚਾਰੇ। ਜੋਧਿਆਂ ਦੀਆਂ ਗੱਲਾਂ ਨੇ। ਮਹਾਰਾਜ ਸਾਡੇ ਤੋਂ ਨਹੀਂ ਗਾਇਆ ਜਾਣਾ, ਉੱਚਾ ਕਿਵੇਂ ਗਾਵਾਂਗੇ? ਬਾਦਸ਼ਾਹ ਕਹਿੰਦੇ ਉੱਚਾ ਗਾਉਣਾ ਤੁਸੀਂ, ਉੱਚਾ ਤੇ ਐਸਾ ਗਾਉਣਾ ਜਿਹੜਾ ਖੂਨ ਨਾੜਾਂ ਵਿੱਚ ਜੰਮਿਆ ਪਿਆ ਨਾ, ਇਹ ਉਬਾਲੇ ਮਾਰੇ, ਇਹ ਉਬਾਲੇ ਖਾਣ ਲੱਗ ਪਏ। ਐਸੀਆਂ ਵਾਰਾਂ ਗਾਓ, ਐਸੇ ਤੁਸੀਂ ਬਚਨ ਕਰੋ ਕਿ ਜਿਹੜਾ ਖੂਨ ਜੰਮਿਆ ਪਿਆ ਉਹ ਉਬਾਲੇ ਖਾਵੇ। ਕਹਿਣ ਲੱਗੇ ਮਹਾਰਾਜ ਸਾਡੇ ਤੋਂ ਗਾਇਆ ਨਹੀਂ ਜਾਣਾ, ਪਰ ਪਾਤਸ਼ਾਹ ਜੇ ਤੁਸੀਂ ਆਪਣਾ ਹੱਥ ਰੱਖਦੇ ਹੋ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ। ਮਹਾਰਾਜ ਕਹਿੰਦੇ ਗਾਓ, ਤੇ ਸਾਹਿਬ ਕਹਿਣ ਲੱਗੇ ਕਿਉਂ ਨਾ ਗਾਓਗੇ? ਆਖਿਆ ਮਹਾਰਾਜ ਕਹਿੰਦੇ ਜਿਹੜਾ ਖੂਨ ਨਾੜਾ ਵਿੱਚ ਜੰਮ ਗਿਆ, ਕਹਿਣ ਲੱਗੇ ਅੱਜ ਤੋਂ ਢਾਡੀ ਪ੍ਰਥਾ ਚਲਾ ਚੱਲਿਆ, ਆਉਂਦੇ ਸਮੇਂ ਤੱਕ ਇਹ ਢਾਡੀ ਜੋਧਿਆਂ ਦੀਆਂ ਵਾਰਾਂ ਗਾਉਣਗੇ। ਜਿਹੜਾ ਖੂਨ ਨਾੜਾ ਵਿੱਚ ਜੰਮ ਗਿਆ ਇਹ ਢਾਡੀ ਪਗਲਾਉਣਗੇ। ਮਹਾਰਾਜ ਨੇ ਆਖਿਆ ਇਹ ਢਾਡੀ ਪਗਲਾਉਣਗੇ। ਤੇ ਫਿਰ ਉਹਨਾਂ ਨੇ ਕੱਸੀਆਂ ਆਪਣੀਆਂ ਤਾਰਾਂ, ਢੱਡ ਨੂੰ ਚੰਗੀ ਤਰ੍ਹਾਂ ਕੱਸ ਲਿਆ। ਤੇ ਜਿਹੜੀ ਉਹਨਾਂ ਨੇ ਪਹਿਲੀ ਵਾਰ ਗਈ, 3 ਵਾਰਾਂ ਉਹਨਾਂ ਨੇ ਗਾਈਆਂ। ਪਹਿਲੀ ਵਾਰ ਉਹਨਾਂ ਨੇ ਗਾਈ, ਸਤਿਗੁਰੂ ਵਿੱਚ ਵਡਾਲੀ ਜਨਮਿਆ, ਚੰਦ ਸੂਰਜ ਬਾਲਾ ਚੜੀ ਦਾ। ਪਹਿਲੀ ਵਾਰ ਉਹਨਾਂ ਨੇ ਗਾਈ, ਭਾਈ ਨੱਥਾ ਤੇ ਭਾਈ ਅਬਦੁੱਲਾ ਨੇ। ਉਹਨਾਂ ਆਖਿਆ ਸਤਿਗੁਰ ਵਿੱਚ ਵਡਾਲੀ ਜਨਮਿਆ, ਚੰਦ ਸੂਰਜ ਬਾਲਾ ਚੜੀ ਦਾ, ਢਾਡੀ ਨੂੰ ਬਖਸ਼ਾਂ ਬਖਸ਼ੇ ਸਤਿਗੁਰੂ, ਮਾਨਕ ਜਿਉ ਅਨਮੁਣੀ ਦਾ। ਐ ਗੁਰੂ ਹਰਗੋਬਿੰਦ ਸਾਹਿਬ ਤੇਰਾ ਨਾਂ ਲੈ, ਅਮਰਾਵਤ ਪੌੜੀ ਚੜੀ ਦਾ। ਐ ਸਾਹਿਬਾ ਮੇਰੇ ਸਾਹਿਬਾ, ਕਿਹੜਾ ਬੰਦਾ ਜੋ ਤੁਧ ਆਗੇ ਅੜੀ ਦਾ। ਕਿਹੜਾ ਮਾਂ ਨੇ ਪੁੱਤ ਜੰਮਿਆ ਗੁਰੂ ਹਰਗੋਬਿੰਦ ਸਾਹਿਬ ਤੇਰੇ ਅੱਗੇ ਅੜ ਜੇ, ਤੇਰਾ ਮੁਕਾਬਲਾ ਕਰ ਲਵੇ, ਐਸਾ ਅਜੇ ਤੱਕ ਕੋਈ ਮਾਂ ਨੇ ਪੁੱਤ ਨਹੀਂ ਜੰਮਿਆ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਠੀਕ ਹੈ, ਚੰਗੀ ਗੱਲ ਹੈ, ਪਰ ਅਜੇ ਡੋਲੇ ਨਹੀਂ ਫੜਕੇ, ਅਜੇ ਡੋਲੇ ਨਹੀਂ ਫੜ ਕੇ ਹੋਰ ਗਾਓ। ਦੂਜੀ ਵਾਰ ਗਾਈ। ਮਹਾਰਾਜ ਕਹਿੰਦੇ ਅਜੇ ਵੀ ਖੂਨ ਜੰਮਿਆ। ਮਹਾਰਾਜ ਕਹਿੰਦੇ ਐਸਾ ਗਾਓ ਕੁਝ ਤੁਸੀਂ, ਐਸਾ ਗਾਓ ਉੱਚੀ ਸੁਰ ਵਿੱਚ, ਜਿਹੜੇ ਜਦੋਂ ਤੁਹਾਡੀਆਂ ਤਾਰਾਂ ਕੰਬਣ ਨਾ, ਢੱਡ ਦੀਆਂ ਤਾਰਾਂ ਕੰਬਦੀਆਂ ਨੇ, ਜਦੋਂ ਤਾਰਾਂ ਕੰਬਣ ਨਾ, ਜਿਹੜੇ ਕਮਜ਼ੋਰ ਦਿਲ ਵਾਲੇ ਨੇ ਉਹ ਤੇ ਡਰ ਕੇ ਜਾਣ ਭੱਜ, ਤੇ ਜਿਹੜੇ ਮਰਦ ਨੇ, ਜਿਹੜੇ ਸੂਰਮੇ ਨੇ, ਉਹ ਆਪਣੀਆਂ ਜਾਨਾਂ ਵਾਰਨ ਵਾਸਤੇ ਗੁਰੂ ਦੇ ਨਾਲ ਤਿਆਰ ਹੋ ਜਾਣ। ਐਸਾ ਕੁਝ ਗਾਓ। ਫਿਰ ਉਹਨਾਂ ਨੇ ਕੱਸੀਆਂ ਢੱਡਾਂ ਤੇ ਫਿਰ ਗਾਇਆ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ, ਦਰਵਾਜ਼ਾ ਬਲਕ ਵਖੀਰ ਦੀ, ਨਾਲ ਨੀਵਾ ਸਿਪਾਹੀ ਨੀਰ ਨਲ। ਅੱਗੇ ਜਾ ਕੇ ਅਖੀਰ ਵਿੱਚ ਉਹਨਾਂ ਨੇ ਆਖਿਆ, ਪੱਗ ਤੇਰੀ ਕੀ ਜਹਾਂਗੀਰ ਦੀ। ਜਦੋਂ ਤੀਜੀ ਵਾਰ ਗਾਈ ਨਾ ਆਖਿਆ, ਸਾਹਿਬਾ ਗੁਰੂ ਹਰਗੋਬਿੰਦ ਸਾਹਿਬ ਤੇਰੀ ਪੱਗ। ਪੱਗ ਦਾ ਮਤਲਬ ਹੈ ਇੱਥੇ ਜਿਹੜੀ
ਸਤਿਗੁਰਾਂ ਦੇ ਕੋਲ ਤਾਜ ਹੈ। ਮਹਾਰਾਜ ਆਖਿਆ ਸਤਿਗੁਰੂ ਜਿਹੜਾ ਤੇਰਾ ਤਾਜ ਹੈ ਉਹ ਬਾਦਸ਼ਾਹ ਦਾ ਤਾਜ ਤੇਰੇ ਤਾਜ ਅੱਗੇ ਕੀ ਹੈ? ਉਹ ਤੇ ਤੇਰੇ ਤੁਹਾਡੇ ਪੈਰ ਦੀ ਜੁੱਤੀ ਦੇ ਬਰਾਬਰ ਵੀ ਨਹੀਂ। ਪੱਗ ਤੇਰੀ ਕੀ ਜਹਾਂਗੀਰ ਦੀ। ਜਦੋਂ ਇਹੋ ਜਿਹਾ ਬਚਨ ਗਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਗੇ ਰੋਹ ਵਿੱਚ ਜਾਹੋ ਜਲਾਲ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਸਤਿਗੁਰਾਂ ਨੇ ਕੱਢੀ ਹੈ ਮਿਆਨ ਵਿੱਚੋਂ ਤਲਵਾਰ ਤੇ ਪਾਤਸ਼ਾਹ ਨੇ ਆਖਿਆ ਹੁਣ ਖੰਡਾ ਖੜਕੇਗਾ, ਸਿੱਖ ਗੱਜੇਗਾ, ਵੈਰੀ ਮੈਦਾਨ ਛੱਡ ਕੇ ਭੱਜੇਗਾ। ਖਲਖੰਡ ਬੇਹੰਡੰ ਖਲਦਲ ਖੰਡੰ ਆਤਰਨ ਮੰਡੰ ਤੇਜ ਪ੍ਰਚੰਡੰ ਜੋਤ ਮੰਡੰ ਭਾਨ ਭਰਵੰ ਸੁਖ ਸੰਤਾ ਕਰਨੰ ਦੁਰਮਤ ਹਰਨੰ ਕਿਲਬਿਕ ਹਰਨੰ ਅਵ ਸ਼ਰਨੰ ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ ਮਮ ਪ੍ਰਤਪਾਰੰ ਜੈ ਤੇਗੰ ਜੈ ਤੇਗੰ ਜੈ ਤੇਗੰ ਜੈ ਤੇਗੰ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਹੁਣ ਜਵਾਨੀਆਂ ਭੇਟਾ ਕਰੋ, ਹੁਣ ਸ਼ਸਤਰ ਭੇਟਾ ਕਰੋ, ਹੁਣ ਸੋਹਣੇ ਸੋਹਣੇ ਘੋੜੇ ਭੇਟਾ ਕਰੋ। ਸਮਾਂ ਚਾਲ ਚੱਲਦਾ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਾਲਵੇ ਦੀ ਧਰਤੀ ਤੇ ਵਿਚਰ ਰਹੇ ਨੇ। ਇੱਕ ਘਟਨਾ ਨਿੱਕੀ ਜੀ ਵਿੱਚੋਂ ਇਹ ਕਹਿ ਕੇ, ਇੱਕ ਹੋਰ ਬੜੀ ਪਿਆਰੀ ਘਟਨਾ ਹੈ ਉਹ ਕਹਿ ਕੇ ਸਮਾਪਤੀ ਆਪਾਂ ਕਰਾਂਗੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਵਿਚਰ ਰਹੇ ਸਨ। ਉੱਥੇ ਇੱਕ ਹਜੂਰ ਦੇ ਚਰਨਾਂ ਵਿੱਚ ਆਇਆ ਸੇਠ ਕਰੋੜੀ ਮੱਲ। ਆ ਕੇ ਹਜੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਨਾ ਰੋ ਪਿਆ, ਧਾਹਾਂ ਮਾਰ ਕੇ ਰੋਣ ਲੱਗ ਪਿਆ। ਕਹਿੰਦਾ ਹਜੂਰ ਹੇ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਦਾਤਿਆ। ਸਾਹਿਬ ਕਹਿਣ ਲੱਗੇ ਵੀ ਰੋ ਕਿਉਂ ਰਹੇ ਹੋ ਸੇਠ ਜੀ? ਕਹਿਣ ਲੱਗਾ ਮਹਾਰਾਜ ਰੋਵਾਂ ਨਾ ਤੇ ਕੀ ਕਰਾਂ, ਬੜੇ ਕੀਮਤੀ 2 ਘੋੜੇ ਤੁਹਾਡੀ ਖੁਸ਼ੀਆਂ ਲੈਣ ਵਾਸਤੇ ਤੁਸੀਂ ਆਖਿਆ ਨਾ ਵੀ ਜਿਹੜੇ ਸਿੱਖ ਨੇ ਗੁਰੂ ਦੀ ਖੁਸ਼ੀ ਲੈਣੀ ਹੈ ਘੋੜੇ ਲੈ ਕੇ ਆਵੇ। ਮਹਾਰਾਜ 2 ਕੀਮਤੀ ਘੋੜੇ ਗੁਲਬਾਗ ਤੇ ਦਿਲਬਾਗ ਮੈਂ ਲੈ ਕੇ ਆ ਰਿਹਾ ਸਾਂ ਮਹਾਰਾਜ। ਹੇ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਤੁਹਾਡੀ ਭੇਟਾ ਵਿੱਚ ਲਾਹੌਰ ਬਾਦਸ਼ਾਹ ਦੇ ਆਦਮੀਆਂ ਨੇ ਖੋਹ ਲਏ, ਬੜਾ ਮਾਰਿਆ, ਭਜਾ ਦਿੱਤਾ ਧੱਕੇ ਮਾਰ ਕੇ। ਸਤਿਗੁਰੂ ਤੁਹਾਡੀ ਚਰਨਾਂ ਵਿੱਚ ਭੇਟਾ ਨਹੀਂ ਕਰ ਸਕਿਆ। ਸੱਚੇ ਪਾਤਸ਼ਾਹ ਕਹਿਣ ਲੱਗੇ ਰੋ ਕਿਉਂ ਰਹੇ ਹੋ ਸੇਠ ਜੀ? ਜਦੋਂ ਲੈ ਕੇ ਤੁਰੇ ਸੋਣਾ ਤੁਹਾਡੀ ਤੇ ਭੇਟਾ ਉਦੋਂ ਹੀ ਪ੍ਰਵਾਨ ਹੋ ਗਈ ਸੀ। ਮਹਾਰਾਜ ਕਹਿੰਦੇ ਉਦੋਂ ਹੀ ਪ੍ਰਵਾਨ ਹੋ ਗਈ ਸੀ। ਤੇ ਮਹਾਰਾਜ ਕਹਿੰਦੇ ਨੇ ਸੇਠ ਜੀ ਮੰਗੋ ਕੁਛ, ਤੁਹਾਡੇ ਤੇ ਬੜੇ ਖੁਸ਼ ਹਾਂ, ਮੰਗ ਲਓ ਕੁਝ। ਸੇਠ ਕਰੋੜੀ ਮੱਲ ਹੱਥ ਜੋੜ ਕੇ ਗਲੇ ਵਿੱਚ ਪਰਨਾ ਪਾ ਕੇ ਕਹਿੰਦਾ ਪਾਤਸ਼ਾਹ ਜਿਹੜੀ ਭੇਟਾ ਤੁਹਾਡੇ ਵਾਸਤੇ ਲਿਆਇਆ ਸਾਂ ਨਾ ਬਸ ਉਹ ਗੁਰੂ ਵਾਸਤੇ ਲਿਆਇਆ ਸਾਂ, ਉਹ ਗੁਰੂ ਦੇ ਚਰਨਾਂ ਵਿੱਚ ਆ ਜੇ, ਬਸ ਮੈਨੂੰ ਹੋਰ ਨਹੀਂ ਕੁਝ ਚਾਹੀਦਾ। ਸਤਿਗੁਰੂ ਕਹਿਣ ਲੱਗੇ ਕੋਈ ਵੱਡੀ ਗੱਲ ਹੈ, ਜ਼ਰੂਰ ਆਉਣਗੇ, ਗੁਰੂ ਦੇ ਚਰਨਾਂ ਵਿੱਚ ਆਉਣਗੇ ਗੁਰੂ ਦੀ ਭੇਟਾ। ਮਹਾਰਾਜ ਨੇ ਆਪਣੇ 5 ਯੋਧਿਆਂ ਨੂੰ ਬੁਲਾਇਆ, 5 ਸੂਰਬੀਰਾਂ ਨੂੰ ਬੁਲਾਇਆ, ਭਾਈ ਲੰਗਾ ਜੀ, ਭਾਈ ਪਿਰਾਣਾ ਜੀ, ਭਾਈ ਪਿਰਾਗਾ ਜੀ, ਭਾਈ ਜੇਠਾ ਜੀ, ਬਾਬਾ ਬਿਧੀ ਚੰਦ ਜੀ। ਮਹਾਰਾਜ ਬੁਲਾ ਲਿਆ। ਹਜੂਰ ਕਹਿੰਦੇ ਸੇਠ ਕਰੋੜੀ ਮੱਲ 2 ਘੋੜੇ ਲਿਆਇਆ ਸੀ, ਗੁਲਬਾਗ ਦਿਲਬਾਗ, ਲਾਹੌਰ ਖੋਹ ਲੈਣੇ ਮੁਗਲਾਂ ਨੇ, ਤੇ ਕੋਈ ਹੈ ਸੂਰਮਾ ਜਿਹੜਾ ਜਾ ਕੇ ਗੁਰੂ ਦੀ ਭੇਟਾ ਗੁਰੂ ਦੇ ਚਰਨਾਂ ਵਿੱਚ ਲਿਆਵੇ। ਤੇ ਗੁਰਮੁਖੋ ਉਸ ਸਮੇਂ ਬਾਬਾ ਬਿਧੀ ਚੰਦ ਨੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਇਹ ਸੇਵਾ ਦਾ ਮੌਕਾ ਮੈਨੂੰ ਦਿਓ, ਇਹ ਸੇਵਾ ਮੈਂ ਕਰਾਂਗਾ। ਮਹਾਰਾਜ ਕਹਿੰਦੇ ਵੀ ਅਸੀਂ ਤੇ ਪਹਿਲਾਂ ਹੀ ਚਾਹੁੰਦੇ ਸਾਂ ਵੀ ਤੂੰ ਆਵੇਂ। ਸਤਿਗੁਰੂ ਕਹਿੰਦੇ ਆ। ਬਾਬਾ ਬਿਧੀ ਚੰਦ ਨੇ ਲਿਆ ਗੁਰੂ ਦੇ ਚਰਨਾਂ ਦਾ ਆਸਰਾ। ਪਹਿਲਾ ਘੋੜਾ ਬਾਬਾ ਬਿਧੀ ਚੰਦ ਜੀ ਜਿਹੜਾ ਦਿਲਬਾਗ ਘੋੜਾ ਹੈ ਉਹ ਲੈ ਕੇ ਆਏ ਘਾਈ ਬਣ ਕੇ, ਘਾਈ ਬਣ ਕੇ, ਘਾਈ ਦਾ ਰੂਪ ਬਣਾ ਕੇ, ਢੰਗ ਦੇ ਨਾਲ ਕਿਸੇ ਦੇ ਨਾਲ ਦੁਸ਼ਮਣਾਂ ਨੂੰ ਚਖਮਾ ਦੇ ਕੇ ਉਹਨਾਂ ਦੇ ਜਾਲ ਵਿੱਚੋਂ ਘੋੜਾ ਲੈ ਆਏ, ਲਿਆ ਕੇ ਗੁਰੂ ਦੇ ਚਰਨਾਂ ਵਿੱਚ ਬੰਨ੍ਹ ਦਿੱਤਾ। ਕੁਝ ਦਿਨ ਸਮਾਂ ਬੀਤਿਆ, ਹੁਣ ਘੋੜਾ ਕੁਝ ਖਾਵੇ ਨਾ ਤੇ ਕਮਜ਼ੋਰ ਹੋਈ ਜਾਵੇ, ਬਿਮਾਰ ਹੋਈ ਜਾਵੇ। ਭਾਈ ਜੇਠਾ ਜੀ ਕੋਲ ਸਨ। ਹਜੂਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਭਾਈ ਜੇਠਾ ਜੀ ਲਿਆਓ ਘੋੜਾ ਵੇਖੀਏ, ਤੁਸੀਂ ਸੇਵਾ ਕਰਦੇ ਹੋ ਘੋੜੇ ਦੀ। ਭਾਈ ਜੇਠੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜਿਹੜਾ ਘੋੜਾ ਲਿਆਂਦਾ ਹੈ
ਉਹ ਤੇ ਨਾ ਕੁਝ ਖਾਂਦਾ ਹੈ, ਨਾ ਪਾਣੀ ਪੀਂਦਾ, ਨਾ ਪੱਠੇ ਖਾਂਦਾ, ਕੁਝ ਵੀ ਨਹੀਂ ਖਾਂਦਾ। ਮਹਾਰਾਜ ਉਹ ਬੜਾ ਬਿਮਾਰ ਹੈ। ਸਤਿਗੁਰੂ ਕਹਿੰਦੇ ਲਿਆਓ। ਸਤਿਗੁਰਾਂ ਨੇ ਦਰਸ਼ਨ ਕੀਤੇ ਤੇ ਮਹਾਰਾਜ ਨੇ ਆਖਿਆ ਜਾਓ ਬਾਬਾ ਬਿਧੀ ਚੰਦ ਨੂੰ ਆਵਾਜ਼ ਮਾਰੋ। ਬਾਬਾ ਬਿਧੀ ਚੰਦ ਜੀ ਆ ਗਏ। ਸੁਣਨ ਵਾਲਾ ਬਚਨ ਹੈ, ਬੜਾ ਕਮਾਲ ਦਾ ਹੈ। ਬਾਬਾ ਬਿਧੀ ਚੰਦ ਨੂੰ ਹਜੂਰ ਨੇ ਆਖਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਕਹਿੰਦੇ ਬਿਧੀ ਚੰਦ ਕੀ ਗੱਲ, ਇਹ ਘੋੜਾ ਬੜਾ ਬਿਮਾਰ ਹੈ, ਬੜਾ ਕੁਝ ਖਾਂਦਾ ਨਹੀਂ ਪੀਂਦਾ ਨਹੀਂ, ਜਾ ਇਹਨੂੰ ਵੀ ਛੱਡ ਆ ਉੱਥੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਾ ਛੱਡ ਆ ਇਹਨੂੰ ਵੀ ਉੱਥੇ ਹੀ। ਮਹਾਰਾਜ ਤੁਸੀਂ ਇਹ ਕੀ ਕਹਿ ਰਹੇ ਹੋ? ਮਹਾਰਾਜ ਕਹਿੰਦੇ ਵੀ ਇਹ ਦੋ ਭਰਾ ਨੇ, ਗੁਲਬਾਗ ਤੇ ਦਿਲਬਾਗ। ਦਿਲਬਾਗ ਨੂੰ ਤੂੰ ਲੈ ਆਇਆ, ਗੁਲਬਾਗ ਘੋੜਾ ਉੱਥੇ ਹੀ ਰਹਿ ਗਿਆ। ਇਹ ਦੋ ਭਰਾ ਕਦੇ ਵੱਖ ਨਹੀਂ ਹੋਏ, ਕਦੇ ਜੁਦਾ ਨਹੀਂ ਹੋਏ, ਇੱਕ ਦੂਜੇ ਬਗੈਰ ਰਹਿੰਦੇ ਨਹੀਂ। ਹੁਣ ਤੂੰ ਇਹ ਕਿੱਥੇ ਛੱਡ ਆਇਆ, ਕਿੱਥੇ ਹੈ? ਇਹ ਵੱਖ ਰਹਿ ਨਹੀਂ ਸਕਦੇ, ਇਹ ਵਿਜੋਗ ਵਿੱਚ ਵਿਛੋੜੇ ਵਿੱਚ ਮਰ ਜਾਏਗਾ, ਇਹਨੇ ਰਹਿਣਾ ਨਹੀਂ, ਜਾ ਛੱਡ ਆ ਇਹਨੂੰ ਵੀ ਉੱਥੇ ਹੀ। ਮਹਾਰਾਜ ਇਹ ਕਿਉਂ ਕਹਿੰਦੇ ਹੋ ਛੱਡ ਆ? ਇੰਝ ਆਖੋ ਨਾ ਵੀ ਦੂਜਾ ਵੀ ਲੈ ਆ। ਫਿਰ ਮਹਾਰਾਜ ਕਹਿੰਦੇ ਜੇ ਤੂੰ ਸਮਝਦਾਰ ਹੈ ਜਾ ਫਿਰ। ਕਹਿੰਦਾ ਮਹਾਰਾਜ ਦਿਓ ਆ ਗਿਆ। ਹੁਣ ਕਹਿਣਾ ਸੁੱਖ ਹੈ, ਗੁਰਮੁਖੋ ਦੁਬਾਰਾ ਜਾਣਾ। ਦੁਸ਼ਮਣ ਦੀ ਫੌਜ ਵਿੱਚ ਜਿੱਥੇ ਤੁਹਾਨੂੰ ਸਾਰੇ ਪਹਿਚਾਣਦੇ ਹੋਣ, ਤੁਹਾਨੂੰ ਜਾਣਦੇ ਹੋਣ, ਫਿਰ ਦੁਬਾਰਾ ਦੁਸ਼ਮਣ ਦੇ ਕੋਲ ਜਾ ਕੇ ਉਹਨਾਂ ਦੇ ਕੋਲੋਂ ਦੂਜਾ ਘੋੜਾ ਲਿਆਉਣਾ ਕੋਈ ਆਮ ਗੱਲ ਨਹੀਂ। ਪਰ ਗੁਰਮੁਖੋ एक वो है जो चलते हैं जमाने के साथ साथ, मर्द वो है जो जमाने को बदल देते हैं। असली मर्द ਤਾਂ ਉਹ ਹੈ ਜੋ ਜਮਾਨੇ ਨੂੰ ਬਦਲ ਦਿੰਦਾ ਹੈ। ਬਾਬਾ ਬਿਧੀ ਚੰਦ ਕਹਿਣ ਲੱਗੇ ਪਾਤਸ਼ਾਹ ਦਿਓ ਆਗਿਆ, ਦਿਓ ਕਿਰਪਾ, ਕਰੋ ਕਿਰਪਾ, ਮੈਂ ਜਾ ਕੇ ਲਿਆਉਣਾ। ਬਾਬਾ ਬਿਧੀ ਚੰਦ ਜੀ ਚਲੇ ਗਏ ਲਾਹੌਰ, ਚਲੇ ਗਏ ਬਾਬਾ ਬਹੜੂ ਜੀ ਦੇ ਘਰ, ਉਹਨਾਂ ਦੇ ਕੋਲ ਚਲੇ ਗਏ। ਮਿਜਾਜੀ ਦਾ ਕੰਮ ਕਰਦੇ ਸਨ ਉਹ। ਸਾਰਾ ਹਾਲ ਮਾਲੂਮ ਕੀਤਾ ਬਾਬਾ ਬਿਧੀ ਚੰਦ ਜੀ ਨੇ, ਪਤਾ ਕਰ ਲਿਆ ਸਭ ਕੁਝ ਵੀ ਉੱਥੇ ਕੀ ਹੋ ਰਿਹਾ ਕਿਵੇਂ ਨਹੀਂ। ਤੇ ਨਿਜੂਮੀ ਦਾ ਹੁਣ ਐਤਕੀ ਉਹਨਾਂ ਨੇ ਭੇਖ ਧਾਰਨ ਕੀਤਾ, ਨਿਜੂਮੀ ਬਣ ਗਏ। 30 ਗਜ ਦੀ ਪੱਗ ਲਈ ਬਾਬਾ ਬਿਧੀ ਚੰਦ ਜੀ ਨੇ ਸਿਰ ਤੇ ਵੱਡੀ ਬੰਨੀ ਉੱਚੀ ਜੀ ਕਰਕੇ 30 ਗਜ ਦੀ। ਉਸ ਤੋਂ ਬਾਅਦ ਲੰਮਾ ਚੋਗਾ ਪਾਇਆ, 3 ਚੋਲੇ ਪਾਏ, ਇੱਕ ਪੇਟ ਤੱਕ, ਗੋਡੇ ਤੱਕ, ਗਿੱਟਿਆਂ ਤੱਕ 3 ਚੋਲਾ ਲੰਮਾ ਪਾ ਕੇ 30 ਗਜ ਦੀ ਪੱਗ ਬਣ ਕੇ ਰੀਠੇ ਨਾਲ ਦਾੜੀ ਕਰ ਲਈ ਚਿੱਟੀ ਸਾਰੀ, ਅੱਧੀ ਇੱਧਰ ਨੂੰ ਬੰਨ ਲਈ ਬਾਬਾ ਬਿਧੀ ਚੰਦ ਨੇ, ਅੱਧੀ ਇੱਧਰ ਨੂੰ ਬੰਨ ਲਈ ਤੇ ਤਿਆਰ ਬਰ ਤਿਆਰ ਹੋ ਕੇ ਬਾਬਾ ਬੋੜੂ ਜੀ ਦੇ ਕੋਲ ਗਏ। ਕਹਿੰਦੇ ਪਛਾਣਿਆ? ਕਹਿੰਦੇ ਬਾਬਾ ਜੀ ਨਹੀਂ ਪਛਾਣਿਆ। ਤੇ ਬਾਬਾ ਬਿਧੀ ਚੰਦ ਕਹਿਣ ਲੱਗੇ ਜੇ ਤੂੰ ਨਹੀਂ ਪਛਾਣਿਆ ਤੇ ਉਹ ਕਿਵੇਂ ਪਛਾਣਨਗੇ? ਤਿਆਰੀ ਕਰਕੇ ਬਾਬਾ ਬਿਧੀ ਚੰਦ ਜੀ ਚਲੇ ਗਏ, ਸੌਦੇ ਖਾਨ ਦੇ ਕੋਲ ਗਏ। ਹੁਣ ਬਾਦਸ਼ਾਹ ਰੋਜ਼ ਸੌਦੇ ਖਾਨ ਨੂੰ ਪੁੱਛਦਾ ਸੀ, ਜਰਨੈਲ ਨੂੰ ਵੀ ਦੱਸ ਕੌਣ ਲੈ ਗਿਆ ਘੋੜਾ, ਕਿਵੇਂ ਲੈ ਗਿਆ। ਹੁਣ ਸੌਦੇ ਖਾਨ ਨੂੰ ਜਾ ਕੇ ਬਾਬਾ ਬਿਧੀ ਚੰਦ ਜੀ ਨੇ ਆਖਿਆ ਸੌਦੇ ਖਾ, ਲੱਗਦਾ ਤੇਰਾ ਕੁਝ ਗਵਾਚਿਆ ਹੈ। ਹੁਣ ਇਹ ਨਜੂਮੀ ਬਣ ਕੇ ਗਏ ਸਨ ਤੇ ਉਹ ਕਹਿਣ ਲੱਗਾ ਵੀ ਤੁਹਾਨੂੰ ਕਿਵੇਂ ਪਤਾ? ਬਾਬਾ ਬਿਧੀ ਚੰਦ ਨਜੂਮੀ ਬਣੇ, ਕਹਿੰਦੇ ਸਾਡਾ ਤੇ ਕੰਮ ਹੀ ਇਹ ਹੈ ਦੱਸਣਾ, ਅਸੀਂ ਤੇ ਸਭ ਕੁਝ ਜਾਣਦੇ ਹਾਂ। ਸਾਨੂੰ ਲੱਗਦਾ ਵੀ ਤੇਰਾ ਕੋਈ ਚੌਂ ਪਾਇਆ ਜਾਨਵਰ ਗਵਾਚਾ ਹੈ। ਚੌਂ ਪਾਇਆ ਭਾਵ 4 ਪੈਰਾਂ ਵਾਲਾ, 4 ਪੈਰਾਂ ਵਾਲਾ। ਉਹ ਤੇ ਆਂਦਾ ਵੀਰ ਤੇ ਸੱਚੀ ਰੱਬ ਆ ਗਿਆ, ਖੁਦਾ ਆ ਗਿਆ। ਉਹ ਕਹਿੰਦਾ ਵੀ ਦੱਸੋ ਕੌਣ ਲੈ ਗਿਆ ਘੋੜਾ? ਦੱਸ ਦਿਆਂਗੇ, ਆਪਣੇ ਬਾਦਸ਼ਾਹ ਕੋਲ ਲੈ ਜਾ। ਜਾ ਕੇ ਸਾਰਿਆਂ ਦੇ ਸਾਹਮਣੇ ਦੱਸਦੇ ਆ ਵੀ ਕੌਣ ਲੈ ਗਿਆ, ਕਿਵੇਂ ਲੈ ਗਿਆ। ਸੌਦੇ ਖਾਂ ਜਿਵ ਦੇ ਸਿਰ ਇਲਜ਼ਾਮ ਲੱਗਿਆ ਵੀ ਘੋੜਾ ਲੈ ਗਿਆ ਤੇ ਇਹਦੀ ਜ਼ਿੰਮੇਵਾਰੀ ਸੀ ਸਾਰੀ। ਸੌਦੇ ਖਾਂ ਖੁਸ਼ ਹੋਇਆ ਵੀ ਚਲੋ ਬਾਦਸ਼ਾਹ ਖੁਸ਼ ਹੋਏਗਾ, ਲੈ ਗਿਆ ਕੋਲ। ਸੌਦੇ ਖਾਂ ਜਾ ਕੇ ਕਹਿੰਦਾ ਦੱਸ ਬਾਦਸ਼ਾਹ ਨੂੰ ਨਜੂਮੀਆਂ ਵੀ ਘੋੜਾ ਕੌਣ ਲੈ ਗਿਆ? ਬਾਦਸ਼ਾਹ ਕਹਿਣ ਲੱਗਾ ਦੱਸ ਨਜੂਮੀ ਘੋੜਾ ਕੌਣ ਲੈ ਗਿਆ? ਨਜੂਮੀ ਬਣੇ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਦੱਸ ਦਿਆਂਗੇ, ਸਬਰ ਕਰ, ਪਰ ਪਹਿਲਾਂ ਉਹੋ ਜਿਹਾ ਮਾਹੌਲ ਬਣਾਉਣਾ ਪੈਣਾ, ਉਹੋ ਜਿਹਾ ਮੌਕਾ ਬਣਾਉਣਾ ਪੈਣਾ ਜਿਵੇਂ ਦਾ ਪਹਿਲਾਂ ਬਣਿਆ ਸੀ। ਉਹ ਕਹਿਣ ਲੱਗੇ ਪਹਿਲਾਂ ਕਿਵੇਂ? ਆਖਿਆ ਸਾਰੀ ਤੇਰੇ ਬੰਦਿਆਂ ਦੀ ਗਲਤੀ ਹੈ, ਸਾਰੇ ਨਸ਼ੇ ਵਿੱਚ ਚੂਰ ਹੋ ਕੇ ਪੈ ਗਏ ਤੇ ਅਗਲਾ ਘੋੜਾ ਖੋਲ ਕੇ ਲੈ ਗਿਆ। ਪਹਿਲਾਂ ਉਹੋ ਜਿਹਾ ਮੌਕਾ ਬਣਾ, ਫਿਰ ਦੱਸਾਂਗੇ। ਸੌਦੇ ਖਾਨ ਨੇ ਚੌਲਾ ਖਿਸਕਿਆ, ਆਂਦਾ ਨਜੂਮੀਆਂ ਕਿਉਂ ਮਰਵਾਏਗਾ, ਇਹਦੇ ਪਹਿਲਾਂ ਹੀ ਭਖਿਆ ਪਿਆ,
ਤੁਸੀਂ ਉੱਤੋਂ ਆਖ ਰਹੇ ਹੋ ਵੀ ਤੁਹਾਡੇ ਬੰਦਿਆਂ ਦੀ ਗਲਤੀ ਹੈ। ਤੇ ਬਾਬਾ ਬਿਧੀ ਚੰਦ ਨਜੂਮੀ ਬਣੇ, ਕਹਿੰਦੇ ਤੂੰ ਖਲੋ ਜਾ। ਆਖਿਆ ਬਾਦਸ਼ਾਹ ਦੱਸ ਦਿਆਂਗੇ, ਸਾਰਾ ਕੁਝ ਦੱਸ ਦਿਆਂਗੇ, ਕੌਣ ਲੈ ਗਿਆ, ਕਿਵੇਂ ਲੈ ਗਿਆ, ਪਰ ਪਹਿਲਾਂ ਉਹ ਜਾਂ ਮੌਕਾ ਬਣਾਉਣ ਦੇ, ਤੂੰ ਬਸ ਵੇਖੀ ਜਾ, ਬੋਲੀ ਨਾ। ਉਹ ਕਹਿਣ ਲੱਗਾ ਬਣਾ ਲੈ। ਆਖਿਆ ਤੇਰੇ ਬੰਦਿਆਂ ਨੂੰ ਨਸ਼ੇ ਨੂੰ ਟੱਲੀ ਕਰਕੇ ਨਸ਼ੇ ਵਿੱਚ ਮਸਤ ਸਨ, ਉਸੇ ਤਰ੍ਹਾਂ ਨਸ਼ਾ ਦੇ ਕੇ ਆਖਿਆ ਨਸ਼ੇ ਵਿੱਚ ਟੱਲੀ ਕਰਵਾ ਕੇ ਸਾਰਿਆਂ ਨੂੰ ਬੈਰਕਾਂ ਵਿੱਚ ਬੰਦ ਕਰ ਦਿੱਤਾ। ਬਾਬਾ ਬਿਧੀ ਚੰਦ ਨਜੂਮੀ ਬਣੇ ਨੇ ਕਰਕੇ ਬੰਦ। ਗੁਲਬਾਗ ਘੋੜੇ ਦੇ ਕੋਲ ਗਏ, ਪਾ ਕੇ ਕਾਠੀ ਹੁੰਦੀ ਉੱਪਰ, ਤੇ ਹੱਥ ਜੋੜ ਕੇ ਗੁਲਬਾਗ ਘੋੜੇ ਨੂੰ ਕਹਿੰਦੇ ਗੁਲਬਾਗ ਮੇਰੀ ਔਕਾਤ ਨਹੀਂ, ਮੈਂ ਤੇਰੇ ਤੇ ਚੜ ਕੇ ਸਵਾਰੀ ਕਰ ਸਕਾਂ। ਬਾਬਾ ਬਿਧੀ ਚੰਦ ਕਹਿੰਦੇ ਗੁਲਬਾਗ ਮੇਰੀ ਔਕਾਤ ਨਹੀਂ, ਮੈਂ ਤੇਰੇ ਤੇ ਚੜ ਕੇ ਤੇਰੀ ਸਵਾਰੀ ਕਰ ਸਕਾਂ, ਕਿਉਂਕਿ ਤੂੰ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਭੇਟਾ ਵਿੱਚ ਹੈ, ਤੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਵਾਰੀ ਹੈ। ਪਰ ਤੇਰੇ ਭਰਾ ਨਾਲ ਦਿਲਬਾਗ ਨਾਲ ਤੈਨੂੰ ਮਿਲਾਉਣ ਵਾਸਤੇ ਤੇਰੇ ਤੇ ਸਵਾਰੀ ਕਰਨੀ ਜ਼ਰੂਰੀ ਹੈ। ਇੱਕ ਵਾਰ ਮੈਨੂੰ ਇਹ ਕੰਧ ਟਪਾ ਦੇ, ਅੱਗੇ ਮੈਂ ਜਾਣਾ ਤੇ ਸਤਿਗੁਰੂ ਜਨ। ਗੁਰਮੁਖੋ ਲੈ ਕੇ ਨਾਮ ਸਤਿਗੁਰਾਂ ਦਾ ਬਹਿ ਗਿਆ ਘੋੜੇ ਤੇ। ਬਾਬਾ ਬਿਧੀ ਚੰਦ ਛਲਾਂਗ ਮਾਰ ਕੇ ਤੇ ਗੁਰਮੁਖੋ ਘੋੜੇ ਤੇ ਚੜ ਕੇ ਲਗਾਮ ਕੱਸ ਕੇ ਤੇ ਆਖਿਆ ਐ ਮੁਗਲਾਂ ਦੇ ਬਾਦਸ਼ਾਹ ਸੁਣ, ਪਹਿਲਾ ਘੋੜਾ ਵੀ ਮੈਂ ਲੈ ਗਿਆ ਸਾਂ, ਹੁਣ ਦੂਜਾ ਵੀ ਮੈਂ ਲੈ ਕੇ ਚੱਲਾਂ। ਮੈਂ ਹਾਂ ਬਿਧੀ ਚੰਦ ਛੀਨਾ, ਮੈਨੂੰ ਗੁਰੂ ਨੇ ਆਖਿਆ ਆਪਣਾ ਸੀਨਾ। ਆਖਿਆ ਮੈਂ ਲੈ ਕੇ ਚੱਲਾਂ ਘੋੜਾ, ਪਹਿਲਾ ਵੀ ਮੈਂ ਲੈ ਗਿਆ ਸਾਂ, ਜੇ ਤੇਰੇ 'ਚ ਹਿੰਮਤ ਹੈ ਤੇ ਆ ਕੇ ਫਿਰ ਲੈ ਲਵੀਂ ਸਾਡੇ ਤੋਂ। ਆਜੀ ਮਾਲਵੇ ਫਿਰ ਆ ਕੇ ਲੈ ਲਵੀਂ। ਤੇ ਆਵਾਜ਼ ਮਾਰ ਕੇ ਗੁਲਬਾਗ ਘੋੜੇ ਨੂੰ ਭਜਾ ਕੇ ਬਾਬਾ ਬਿਧੀ ਚੰਦ ਦੂਜੇ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਲੈ ਆਏ। ਗੁਰਮੁਖੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੜੇ ਪ੍ਰਸੰਨ ਹੋਏ। ਸੇਠ ਕਰੋੜੀ ਮਲ ਦੀ ਜਿਹੜੀ ਇਹ ਭੇਟਾ ਗੁਰੂ ਦੇ ਦਰ ਦੇ ਪਹਿਲਾਂ ਵੀ ਕਬੂਲ ਸੀ, ਪਰ ਹੁਣ ਕਬੂਲ ਹੋ ਗਈ। ਤੇ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਇਹ ਭੇਟਾ ਹੈ ਇਹ ਕਬੂਲ ਹੋ ਗਈ। ਸਤਿਗੁਰੂ ਜੀ ਬੜੇ ਪ੍ਰਸੰਨ ਨੇ, ਸਿੱਖ ਸੰਗਤਾਂ ਬੜੀਆਂ ਪ੍ਰਸੰਨ ਸਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੋਵੇਂ ਘੋੜੇ ਸਤਿਗੁਰੂ ਜੀ ਦੇ ਦਰ ਤੇ ਰਹਿੰਦੇ ਨੇ। ਸਤਿਗੁਰੂ ਉਹਨਾਂ ਦੀ ਸਵਾਰੀ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹੁਕਮ ਹੋਇਆ ਵੀ 1 ਵਜੇ ਤੱਕ ਜਿਹੜਾ ਹੈ ਆਪ ਜੀ ਦੇ ਨਾਲ ਗੁਰ ਇਤਿਹਾਸ ਦੀ ਸਾਂਝ ਪਾਈ ਜਾਵੇ। ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਹਰਪ੍ਰੀਤ ਸਿੰਘ ਜੀ ਬਲੋਲੀ, ਜਿਹੜੇ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜੋ ਆਪਣੇ ਇਲਾਕੇ ਤੋਂ ਸਾਡੇ ਮੈਂਬਰ ਸਾਹਿਬਾਨ ਨੇ, ਵੀਰ ਉਪਕਾਰ ਸਿੰਘ ਜੀ ਬਿਲਾਸਪੁਰ ਤੋਂ, ਸੋ ਸਾਰਿਆਂ ਦਾ ਧੰਨਵਾਦ। ਆਓ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖ ਸੰਗਤਾਂ ਬੜੇ ਪਿਆਰ ਦੇ ਨਾਲ ਰਹਿੰਦੀਆਂ ਨੇ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼੍ਰੀ ਗੁਰੂ ਹਰਗੋਬਿੰਦਪੁਰਾ ਦੀ ਧਰਤੀ ਤੇ ਵਿਰਾਜਮਾਨ ਸਨ, ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਜੀ ਇਹ ਸਾਰੇ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ। ਕੁਝ ਸਮਾਂ ਸੰਗਤ ਕੀਤੀ ਤੇ ਇੱਥੇ ਜਿਹੜਾ ਘੇਰੜ ਮਲ ਸੀ ਨਾ, ਗੁਰਮੁਖੋ ਉਹਨੇ ਸਤਿਗੁਰੂ ਨਾਲ ਝਗੜਾ ਕੀਤਾ ਸੀ। ਇਸ ਧਰਤੀ ਤੇ ਝਗੜਾ ਕਰਕੇ ਜੰਗ ਹੋਇਆ ਬੜਾ ਵੱਡਾ। ਫਿਰ ਸਤਿਗੁਰਾਂ ਨੇ ਨਗਰ ਵਸਾਇਆ। ਬਾਬਾ ਬੁੱਢਾ ਸਾਹਿਬ ਜੀ ਨੇ ਨਾਮ ਰੱਖਿਆ ਸੀ ਹਰਗੋਬਿੰਦਪੁਰਾ। ਸਤਿਗੁਰਾਂ ਨੇ ਬਚਨ ਕਿਹਾ ਸੀ ਵੀ ਨਾਮ ਰੱਖੋ, ਉਸ ਨਗਰ ਦਾ ਨਵਾਂ ਵਸਾਇਆ। ਤੇ ਸਤਿਗੁਰਾਂ ਦਾ ਬਚਨ ਸੁਣ ਕੇ ਬਾਬਾ ਬੁੱਢਾ ਜੀ ਨੇ ਆਖਿਆ ਸੀ ਵੀ ਹਰਗੋਬਿੰਦਪੁਰਾ ਰੱਖੋ ਤੁਹਾਡੇ ਨਾਮ ਤੋਂ। ਫਿਰ ਮਹਾਰਾਜ ਨੇ ਹਰਗੋਬਿੰਦਪੁਰਾ ਸਾਹਿਬ ਵਸਾਇਆ। ਬਾਬਾ ਬੁੱਢਾ ਜੀ ਕੁਝ ਸਮਾਂ ਇੱਥੇ ਰਹੇ, ਭਾਈ ਗੁਰਦਾਸ ਜੀ ਰਹੇ, ਤੇ ਕੁਝ ਸਮੇਂ ਬਾਅਦ ਬਾਬਾ ਬੁੱਢਾ ਜੀ ਆਗਿਆ ਲੈ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਚਲੇ ਗਏ ਪਿਆਰਿਓ ਆਪਣੇ ਘਰ ਰਮਦਾਸ ਨਗਰ। ਕਿਉਂਕਿ ਉਹ ਸਰੀਰ ਬੜਾ ਬਿਰਧ ਹੋ ਚੁੱਕਾ ਸੀ। ਤੇ ਸਮਾਂ ਬੀਤਿਆ, ਇੱਥੇ ਸਤਿਗੁਰਾਂ ਦੇ ਕੋਲ ਪਿੱਛੇ ਬਚ ਗਏ ਭਾਈ ਗੁਰਦਾਸ ਤੇ ਭਾਈ ਭਾਨਾ ਜੀ ਜਿਹੜੇ ਨੇ ਉਹ ਵੀ ਇੱਥੇ ਹੀ ਆ ਕੇ ਮਹਾਰਾਜ ਜੀ ਦੇ ਕੋਲ ਰਹਿਣ ਲੱਗ ਪਏ ਸਨ ਪਿਆਰਿਓ। ਤੇ ਇਤਿਹਾਸ ਵਿੱਚ ਇੱਕ ਬਚਨ ਬੜਾ ਪਿਆਰਾ ਹੁੰਦਾ ਹੈ, ਸ਼੍ਰੀ ਗੁਰੂ ਹਰਗੋਬਿੰਦਪੁਰਾ ਸਾਹਿਬ ਦੀ ਧਰਤੀ ਤੇ ਨਾ
ਸਤਿਗੁਰਾਂ ਦੇ ਕੋਲ ਇੱਕ ਸਿੱਖ ਹੈ ਭਾਈ ਗੜੀਆ ਜੀ। ਇਹ ਸਤਿਗੁਰਾਂ ਦਾ ਬੜਾ ਪਿਆਰਾ ਸਿੱਖ ਹੈ, ਬੜੀ ਸੇਵਾ ਕਰਦਾ ਹੈ ਬੜੇ ਲੰਬੇ ਸਮੇਂ ਤੋਂ। ਸਤਿਗੁਰਾਂ ਦੇ ਘਰ ਸੇਵਾ ਵਿੱਚ ਰੁੱਝਿਆ ਹੋਇਆ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਦਿਨ ਕੋਲ ਬੁਲਾਇਆ। ਸਤਿਗੁਰੂ ਕਹਿਣ ਲੱਗੇ, ਭਾਈ ਗੜੀਆ ਜੀ, ਇਸ ਤਰ੍ਹਾਂ ਕਰੋ, ਤੁਸੀਂ ਨਾ ਜਾਓ ਕਸ਼ਮੀਰ ਦੀ ਧਰਤੀ ਤੇ, ਉੱਥੇ ਜਾ ਕੇ ਸਿੱਖ ਸੰਗਤ ਕੋਲੋਂ ਦਸਵੰਧ ਲੈ ਕੇ ਆਓ, ਜਿੰਨੀ ਉਹਨਾਂ ਕੋਲ ਦਸਵੰਧ ਦੀ ਰਕਮ ਇਕੱਠੀ ਹੋਈ ਹੈ ਗੁਰੂ ਘਰ ਦੇ ਲੰਗਰਾਂ ਵਾਸਤੇ। ਤੇ ਭਾਈ ਗੜੀਆ ਜੀ ਨੇ ਹੱਥ ਜੋੜ ਕੇ ਕਿਹਾ, ਹਜੂਰ ਸਤ ਬਚਨ ਜਿਵੇਂ ਆਪ ਜੀ ਦਾ ਹੁਕਮ ਹੈ। ਭਾਈ ਗੜੀਆ ਜੀ ਹੱਥ ਜੋੜ ਕੇ ਚਲੇ ਗਏ ਕਸ਼ਮੀਰ ਦੀ ਧਰਤੀ ਦੇ ਰਸਤੇ ਵਿੱਚ ਨਗਰ ਆਇਆ ਗੁਜਰਾਤ, ਪਾਕਿਸਤਾਨ ਦੇ ਵਿੱਚ। ਹੁਣ ਗੁਜਰਾਤ ਨਗਰ ਵਿੱਚ ਵੀ ਸਿੱਖ ਸੰਗਤ ਬੜੀ ਰਹਿੰਦੀ ਸੀ। ਉਸ ਦਾ ਕਾਰਨ ਇਹ ਸੀ ਵੀ ਉੱਥੇ ਸਿੱਖ ਕਿਵੇਂ ਸਨ, ਕਿਉਂਕਿ ਜਦੋਂ ਹਜੂਰ ਕਸ਼ਮੀਰ ਦੀ ਧਰਤੀ ਤੋਂ ਵਾਪਸ ਆਏ ਸਨ ਪ੍ਰਚਾਰ ਕਰਕੇ, ਦੌਰਾ ਕਰਕੇ, ਉਦੋਂ ਇੱਥੇ ਵੀ ਸੰਗਤ ਸਿੱਖ ਸਜੀ ਸੀ। ਜਦੋਂ ਹਜੂਰ ਨੇ ਭੇਜਿਆ ਭਾਈ ਗੜੀਏ ਨੂੰ, ਇਹ ਗੁਰੂ ਗੁਰੂ ਕਰਦਾ ਨਾਮ ਜਪਦਾ ਹੋਇਆ ਚਲਿਆ ਗਿਆ। ਗੁਜਰਾਤ ਨਗਰ ਵਿਖੇ ਪਹੁੰਚਿਆ ਤੇ ਜਾ ਕੇ ਜਦੋਂ ਨਗਰ ਤੋਂ ਬਾਹਰ ਸੀ ਨਾ, ਨਗਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਭਾਈ ਗੜੀਆ ਜੀ ਆਏ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਆਰੇ ਸਿੱਖ। ਹੁਣ ਸਾਰੇ ਨਗਰ ਦੇ ਲੋਕ ਇਕੱਠੇ ਹੋ ਗਏ, ਪਿੰਡ ਵਾਲੇ ਗੁਜਰਾਤ ਨਗਰ ਦੇ ਇਕੱਠੇ ਹੋ ਕੇ ਉਹਨਾਂ ਨੇ ਵਿਚਾਰ ਕੀਤੀ ਵੀ ਗੁਰੂ ਦਾ ਸਿੱਖ ਆਇਆ ਹੈ ਤੇ ਆਪਾਂ ਉਹਨਾਂ ਦੇ ਸਤਿਕਾਰ ਵਿੱਚ ਉਹਨਾਂ ਨੂੰ ਅੱਗੋਂ ਲੈਣ ਜਾਣਾ ਹੈ। ਸਾਰਿਆਂ ਨੇ ਆਖਿਆ ਵੀ ਬਿਲਕੁਲ ਸਹੀ ਗੱਲ ਹੈ, ਗੁਰੂ ਦੇ ਸਿੱਖ ਦਾ ਸਤਿਕਾਰ ਕਰਨਾ। ਉਹਨਾਂ ਨੇ ਸਤਿਕਾਰ ਵਾਸਤੇ ਜੋ ਵੀ ਆਪਣੇ ਨਾਲ ਲਿਆ, ਉਸ ਸਮੇਂ ਸਾਰੇ ਇਕੱਠੇ ਹੋ ਕੇ ਨਗਰ ਦੇ ਮੋਹਿਤਵਾਰ ਲੋਕ ਸਤਿਕਾਰ ਵਾਸਤੇ ਭਾਈ ਗੜੀਆ ਜੀ ਦੇ ਨਗਰ ਤੋਂ ਬਾਹਰ ਆ ਗਏ। ਆ ਕੇ ਮਿਲੇ, ਸਤਿਗੁਰਾਂ ਦੇ ਹਾਲ ਚਾਲ ਬਾਰੇ ਪੁੱਛਿਆ, ਜੀ ਆਇਆਂ ਨੇ ਇੱਕ ਦੂਜਿਆਂ ਨੂੰ ਆਖਿਆ ਤੇ ਗੁਰਮੁਖੋ ਬੜਾ ਸਤਿਕਾਰ ਕੀਤਾ। ਤੇ ਮਾਨੋ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਦੇ ਨੇ, ਇਸ ਤਰ੍ਹਾਂ ਉਹਨਾਂ ਨੇ ਸਤਿਕਾਰ ਕੀਤਾ ਵੀ ਜਿਵੇਂ ਨਾ ਆਪਾਂ ਗੁਰੂ ਦਾ ਸਤਿਕਾਰ ਕਰਦੇ ਹਾਂ। ਜਿਵੇਂ ਮੰਨ ਲਓ ਸਤਿਗੁਰੂ ਹੀ ਸਾਡੇ ਨਗਰ ਵਿੱਚ ਆ ਗਏ ਹੋਣ, ਗੁਰੂ ਦੇ ਸਿੱਖ ਦਾ ਉਹਨਾਂ ਨੇ ਇੰਨਾ ਸਤਿਕਾਰ ਕੀਤਾ। ਸਤਿਕਾਰ ਕਰਕੇ ਆਪਣੇ ਨਾਲ ਨਗਰ ਵਿੱਚ ਲੈ ਆਏ। ਨਗਰ ਵਿੱਚ ਲਿਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਗੜੀਏ ਨੂੰ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ। ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ। ਰਾਤ ਨੂੰ ਗੁਰੂ ਕੀਤਾ, ਗੁਰੂ ਦੀਆਂ ਗੱਲਾਂ ਕੀਤੀਆਂ, ਵਿਚਾਰ ਇੱਕ ਦੂਜੇ ਦੇ ਸੁਣੇ। ਸਮਾਂ ਬੀਤਿਆ ਤੇ ਗੁਰਮੁਖੋ ਉਸ ਨਗਰ ਵਿੱਚ ਰਹਿੰਦਾ ਹੈ ਇੱਕ ਸ਼ਾਹਦੌਲਾ। ਤੇ ਇੱਕ ਪਿਆਰਾ ਬਚਨ ਮੈਂ ਹੋਰ ਕਰਦੇ ਹਾਂ, ਕਵੀ ਸੰਤੋਖ ਸਿੰਘ ਜੀ ਚੂੜਾਮਣੀ ਨੇ ਇਹ ਵੀ ਲਿਖਿਆ ਹੈ ਵੀ ਭਾਈ ਗੜੀਏ ਦੇ ਨਾ ਉਹਨਾਂ ਨੇ ਗਰਮ ਪਾਣੀ ਦੇ ਨਾਲ ਪੈਰ ਵੀ ਧੋਤੇ ਚੰਗੀ ਤਰ੍ਹਾਂ, ਪੈਰਾਂ ਨੂੰ ਧੋ ਕੇ ਪੈਰਾਂ ਨੂੰ ਸਾਫ਼ ਕੀਤਾ ਆਪਣੇ ਹੱਥਾਂ ਦੇ ਨਾਲ। ਇੰਨਾ ਸਤਿਕਾਰ ਕਰਦੇ ਸਨ ਗੁਰੂ ਦੇ ਸਿੱਖ ਦਾ। ਤੇ ਗੁਰੂ ਵੀ ਸਿੱਖ ਵੀ ਬੜੇ ਉੱਚੀ ਅਵਸਥਾ ਦਾ ਮਾਲਕ ਸੀ। ਤੇ ਜਦੋਂ ਰਾਤ ਬੀਤੀ, ਅਗਲੇ ਦਿਨ ਪਤਾ ਲੱਗਾ ਨਗਰ ਵਿੱਚ ਹੋਰ ਉੱਥੋਂ ਦਾ ਰਹਿਣ ਵਾਲਾ ਹੈ ਇੱਕ ਸ਼ਾਹਦੌਲਾ। ਇਹ ਬੜਾ ਵੱਡਾ ਫਕੀਰ ਹੈ। ਤੇ ਸ਼ਾਹਦੌਲਾ ਉਹ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਤੱਕ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੜੀ ਵੱਡੀ ਰਕਮ ਨਜ਼ਰਾਨੇ ਵਜੋਂ ਸਤਿਗੁਰੂ ਜੀ ਦੀ ਸੇਵਾ ਵਿੱਚ ਇਹਨੇ ਭੇਟਾ ਕੀਤੀ ਸੀ। ਇਹ ਸ਼ਾਹਦੌਲਾ, ਇਹਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਿਆਰਾ ਸਿੱਖ ਭਾਈ ਗੜੀਆ ਆਇਆ, ਇਹ ਮਿਲਣ ਵਾਸਤੇ ਆਇਆ। ਇਹ ਭਾਈ ਗੜੀਏ ਨੂੰ ਮਿਲਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਇਹਦਾ ਜੀਵਨ ਦਾ ਜ਼ਿਕਰ ਕਰਦੇ ਹਾਂ। ਇਹ ਸ਼ਾਹਦੌਲਾ ਬੜਾ ਨੇਕ ਇਨਸਾਨ ਸੀ ਪਿਆਰਿਓ। ਜਦੋਂ ਇਹ ਵੇਖਦਾ ਸੀ ਨਾ ਵੀ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਤੇ ਉਸ ਦੀ ਮਦਦ ਬੜੀ ਕਰਦਾ ਸੀ। ਆਪਣੇ ਕੋਲੋਂ ਉਹਨੂੰ ਚੀਜ਼ ਭੇਟਾ ਕਰ ਦੇਣੀ, ਦੇ ਦੇਣੀ, ਲੋੜਵੰਦ ਦੀ ਮਦਦ ਕਰਨੀ। ਕਿਉਂਕਿ ਰੱਬ ਨੇ ਇਹਨੂੰ ਬੜਾ ਕੁਝ ਦਿੱਤਾ ਸੀ, ਬੜੀ ਧਨ ਦੌਲਤ ਸੀ, ਬੜਾ ਅਮੀਰ ਸੀ ਇਹ ਸ਼ਾਹਦੌਲਾ। ਕਿਉਂਕਿ ਸ਼ਾਹ ਨਾਮ ਐਵੇਂ ਨਹੀਂ ਪੈ ਜਾਂਦਾ, ਸ਼ਾਹਦੌਲਾ ਸੀ ਇਹ। ਇਹਨੂੰ ਬੜੀ ਇਹਦੇ ਕੋਲ ਅਮੀਰਗੀ ਸੀ। ਇਹਨੇ ਉਹਦੇ ਵਿੱਚੋਂ
ਲੋੜਵੰਦਾਂ ਦੀ ਮਦਦ ਕਰ ਦੇਣੀ। ਤੇ ਇਹਨੂੰ ਪਤਾ ਲੱਗਾ ਵੀ ਭਾਈ ਗੜੀਆ ਆਇਆ ਹੈ। ਇਹ ਭਾਈ ਗੜੀਏ ਨੂੰ ਮਿਲਣ ਆਇਆ। ਆ ਕੇ ਗੁਰੂ ਨਾਲ ਨੇ ਕੀਤਾ। ਭਾਈ ਗੜੀਏ ਦੇ ਕੋਲ ਬਹਿ ਗਿਆ ਸ਼ਾਹਦੌਲਾ। ਭਾਈ ਗੜੀਏ ਨੂੰ ਕਹਿੰਦਾ, ਸਤਿਗੁਰੂ ਜੀ ਬਾਰੇ ਦੱਸੋ, ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ, ਉਹਨਾਂ ਦਾ ਕੀ ਹਾਲ ਹੈ? ਸੁਣਿਆ ਬੜਾ ਵੱਡਾ ਜੰਗ ਹੋਇਆ ਸੀ, ਬੜੇ ਦੁਸ਼ਮਣਾਂ ਨੂੰ ਮਾਰ ਗਿਰਾਇਆ। ਭਾਈ ਗੜੀਆ ਜੀ ਕਹਿੰਦੇ, ਹਾਂ ਸ਼ਾਹਦੌਲਾ ਜੀ ਬਿਲਕੁਲ ਸੱਚ ਹੈ। ਤੇ ਆਖਿਆ, ਉਹਨਾਂ ਨੇ ਹੁਣ ਨਗਰ ਵਸਾਇਆ ਹੈ ਹਰਗੋਬਿੰਦਪੁਰਾ ਸਾਹਿਬ, ਤੇ ਮੈਨੂੰ ਭੇਜਿਆ ਕਸ਼ਮੀਰ ਦੀ ਧਰਤੀ ਤੇ ਵੀ ਦਸਵੰਧ ਇਕੱਠਾ ਕਰਨ ਵਾਸਤੇ। ਆਖਿਆ 7 ਬਚਨ। ਤੇ ਆਖਿਆ, ਭਾਈ ਗੜੀਆ ਜੀ ਮੈਨੂੰ ਨਾ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਅਰਥ ਸਮਝਾ ਦਿਓ। ਭਾਈ ਸ਼ਾਹਦੌਲਾ ਕਹਿਣ ਲੱਗੇ ਵੀ ਮੈਨੂੰ ਸੁਖਮਣੀ ਸਾਹਿਬ ਜੀ ਦੀ ਬਾਣੀ ਦੇ ਅਰਥ ਸਮਝਾ ਦਿਓ, ਵੀ ਬਾਣੀ ਦੇ ਅਰਥ ਕੀ ਨੇ, ਬਾਣੀ ਦਾ ਭਾਵ ਕੀ ਹੈ। ਭਾਈ ਗੜੀਆ ਜੀ ਨੇ ਸ਼ੁਰੂ ਕਰ ਲਿਆ, ਆਦ ਗੁਰ ਏ ਨਮੈ, ਜੁਗਾਦ ਗੁਰ ਏ ਨਮੈ, ਸਤ ਗੁਰ ਏ ਨਮੈ, ਸ਼੍ਰੀ ਗੁਰਦੇਵ ਏ ਨਮੈ, ਅਸ਼ਟਪਦੀ ਸਿਮਰੋ ਸਿਮਰ, ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਣਤ ਅਨੇਕੈ, ਵੇਦ ਪੁਰਾਨ ਸਿਮਰਤ ਸੁਦਾਖਰ, ਕੀਨੇ ਰਾਮ ਨਾਮ ਇਕ ਆਖਰ, ਕਿਨ ਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਣੀ ਨਾ ਆਵੈ, ਕਾਂਖੀ ਏਕੈ ਦਰਸ਼ ਤੁਹਾਰੋ, ਨਾਨਕ ਉਨ ਸੰਗ ਮੋਹਿ ਉਦਾਰੋ। ਆਰੰਭ ਕਰ ਲਿਆ। ਨਾਲ ਦੀ ਨਾਲ ਅਰਥ ਸਮਝਾਉਂਦੇ ਗਏ, ਭਾਵ ਅਰਥਾਂ ਨੂੰ ਸਮਝਾਇਆ। ਕਰਦੇ ਕਰਦੇ ਪਹੁੰਚ ਗਏ ਕਿੱਥੇ? 24ਵੀਂ ਅਸ਼ਟਪਦੀ ਦੇ। ਕਿਹੜੀ? ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਇਹ ਅਸ਼ਟਪਦੀ ਪੜ੍ਹ ਕੇ ਇਸ ਦੇ ਅਰਥ ਸਮਝਾਏ। ਸਮਝਾਉਣ ਤੋਂ ਬਾਅਦ ਭਾਈ ਗੜੀਆ ਜੀ ਦੇ ਚਰਨਾਂ ਵਿੱਚ ਟੇਕਿਆ ਮੱਥਾ, ਸ਼ਾਹਦੌਲਾ ਤੇ ਚਲੇ ਗਏ। ਜੋ ਸੇਵਾ ਭੇਟਾ ਸੀ ਭਾਈ ਗੜੀਏ ਨੂੰ ਦੇ ਦਿੱਤੀ। ਲੈ ਕੇ ਇਹ ਕਸ਼ਮੀਰ ਚਲੇ ਗਏ। ਕਸ਼ਮੀਰ ਦੇ ਲੋਕਾਂ ਨੇ ਬੜਾ ਸਵਾਗਤ ਕੀਤਾ। ਪਿਆਰਿਓ, ਅੱਜ ਵੀ ਕਸ਼ਮੀਰ ਦੀ ਧਰਤੀ ਤੇ ਤੁਸੀਂ ਚਲੇ ਜਾਓ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਐਸਾ ਉੱਤੇ ਸਿੱਖੀ ਦਾ ਪ੍ਰਚਾਰ ਕੀਤਾ। ਪਿਆਰਿਓ, ਅੱਜ ਵੀ ਉਸ ਧਰਤੀ ਤੇ ਜਿਹੜੇ ਨੇ ਤੁਹਾਨੂੰ ਵੱਧ ਤੋਂ ਵੱਧ ਜਿਹੜੀ ਸਿੱਖੀ ਹੈ ਦੇਖਣ ਨੂੰ ਮਿਲੇਗੀ। ਬਹੁਤ ਘੱਟ ਹੈ, ਘੱਟ ਗਿਣਤੀ ਨਜ਼ਰ ਨਹੀਂ ਆਉਣੀ ਤੁਹਾਨੂੰ ਉੱਥੇ ਵੀ ਕੋਈ ਬੱਚਾ ਉੱਥੇ ਆਪਣੇ ਕੇਫ ਜਿਹਨੇ ਕਟਾਏ ਹੋਣਗੇ। ਅੱਜ ਵੀ ਉਹ ਸਿੱਖੀ ਨਾਲ ਬੜਾ ਪਿਆਰ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਭੇਜਿਆ ਸਿੱਖ ਭਾਈ ਗੜੀਆ ਉੱਥੇ ਪਹੁੰਚ ਗਿਆ। ਭਾਈ ਗੜੀਆ ਜਦੋਂ ਉੱਥੇ ਪਹੁੰਚਿਆ ਤੇ ਸਿੱਖ ਸੰਗਤ ਨੇ ਬੜਾ ਸਤਿਕਾਰ ਕੀਤਾ। ਦਸਵੰਧ ਦੀ ਜਿੰਨੀ ਭੇਟਾ ਸੀ ਨਾ ਰਕਮ, ਸਾਰੀ ਰਕਮ ਇਕੱਠੀ ਕਰਕੇ ਭਾਈ ਗੜੀਏ ਨੂੰ ਜਿਹੜੀ ਹੈ ਉਹ ਦੇ ਦਿੱਤੀ। ਪਰ ਉੱਥੇ ਇੱਕ ਹੋਰ ਭਾਣਾ ਵਾਪਰ ਗਿਆ। ਉਹ ਕੀ ਹੋਇਆ? ਉੱਥੇ ਗੁਰਪੁਰਬ ਆ ਗਿਆ ਸਤਿਗੁਰਾਂ ਦਾ। ਹੁਣ ਭਾਈ ਗੜੀਆ ਜਿਹੜਾ ਹੈ ਇਹ ਮਨ ਵਿੱਚ ਸੋਚਦਾ ਹੈ ਵੀ ਮੇਰੇ ਗੁਰੂ ਦਾ ਗੁਰਪੁਰਬ ਹੈ ਤੇ ਗੁਰਪੁਰਬ ਮੈਂ ਆਪਣੇ ਗੁਰੂ ਦਾ ਬੜੇ ਚਾਵਾਂ ਨਾਲ ਮਨਾਉਣਾ ਹੈ, ਬੜੇ ਉਤਸ਼ਾਹ ਨਾਲ ਮਨਾਉਣਾ ਹੈ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ, ਦੁਨੀਆ ਦੇ ਲੋਕੋ, ਮੈਂ ਉਹਨਾਂ ਤੋਂ ਵਾਰੇ ਜਾਵਾਂ, ਉਹਨਾਂ ਤੋਂ ਕੁਰਬਾਨ ਜਾਵਾਂ ਜਿਹੜੇ ਆਪਣੇ ਗੁਰੂਆਂ ਦੇ ਪੁਰਬਾਂ ਨੂੰ ਮਨਾਉਂਦੇ ਨੇ। ਕੁਰਬਾਨੀ ਤਿੰਨਾਂ ਗੁਰ ਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਭਾਏ ਭਾਵ ਪ੍ਰੇਮ ਦੇ ਨਾਲ, ਜੋ ਪ੍ਰੇਮ ਦੇ ਨਾਲ ਆਪਣੇ ਗੁਰੂਆਂ ਦੇ ਪੁਰਬਾਂ ਨੂੰ ਮਨਾਉਂਦੇ ਨੇ। ਹੁਣ ਮਨ ਵਿੱਚ ਇੱਛਾ ਪੈਦਾ ਹੋਈ, ਮੈਂ ਗੁਰੂ ਦੇ ਪੁਰਬ ਨੂੰ ਮਨਾਵਾਂ। ਹੁਣ ਇਹ ਆਇਆ ਮਨ ਵਿੱਚ ਵੀ ਸੰਗਤ ਤੋਂ ਵੀ ਭੇਟਾ ਹੋਰ ਕਿਵੇਂ ਲਈਏ, ਕਿਉਂਕਿ ਮੇਰੀ ਇੱਛਾ ਪ੍ਰਗਟ ਹੋਈ ਹੈ ਵੀ ਇੱਥੇ ਮਨਾ ਕੇ ਜਾਵਾਂ ਤੇ ਮੇਰੇ ਕੋਲ ਹੋਰ ਪੈਸੇ ਨਹੀਂ, ਇਹ ਦਸਵੰਧ ਦੀ ਰਕਮ ਹੈ। ਮਨ ਵਿੱਚ ਆਇਆ ਵੀ ਗੁਰੂ ਦਾ ਪੁਰਬ ਹੈ, ਗੁਰੂ ਦਾ ਹੀ ਦਸਵੰਧ ਹੈ, ਤੇ ਕਿਉਂ ਨਾ ਮੈਂ ਇਹ ਸਾਰੀ ਭੇਟਾ ਸੇਵਾ ਵਿੱਚ ਲਾ ਦਿਆਂ ਸੰਗਤ ਦੀ।
क्योंकि जिन्हें संगत की खुशी प्राप्त कर ली, संगत दीयां असीसां प्राप्त कर लियां, उन्होंने होर की चाहिए। भाई गढ़ीए ने की किया, जिन्नी रकम कोल इकट्ठी हुई सी ना दसवंध दी, वो सारी सेवा लंगर विच ला दिती। संगत दी सेवा विच बड़ी वड्डी सेवा है गुरमुखो संगत दी। कई बार बंदा कह दिंदा है, आम स्टेजां ते भी असीं कह दिंदे हां भी नहीं जी बड़े लंगर हो गए, बड़ा कुछ हो गया, हुण संभालो, दूजे पासे भी चलो। सारे पासे वेखना जरूरी है, पर गुरमुखो लंगर भी जरूरी है। क्योंकि जिहड़ी संगत गुरु दे चरनां विच आई होवे ना, जिन्हें आके गुरु दे दर्शन कीते होण, सेवा कीती होवे, उस गुरु की संगत वास्ते लंगर भी बड़ा जरूरी है। यह भी बड़ी वड्डी सेवा है। ये लंगर बंद नहीं होना चाहिए। कहा सी सतगुरां नूं, महाराज जो मर्जी हो जे, गुरु अर्जन देव पातशाह लंगर मस्ताना ना होवे पर कदे। ये लंगर गुरु दे घर विच चलना चाहिए। हुण भाई गढ़िया जी ने मन में सोचिया भी लंगर चलना चाहिए, सोहना लंगर होना चाहिए, ते सारी रकम दसवंध भाई गढ़िए ने खत्म कर दी सेवा विच ही संगत दी। हुण दसवंध लियाउणा सी हरगोबिंदपुरा साहिब महाराज जी दे कोल। हुण दोबारा लै नहीं सकदे, क्योंकि विध बननी सी, गुरमुखो भाणा बनना सी। ये वापस खाली हथ आ गए महाराज दे कोल। कवि संतोख सिंह जी चूड़ामणी लिखते ने, हजूर दे कोल आए हरगोबिंदपुरा साहिब। सतगुरु कहन लगे, भाई गढ़िया जी आ गए हो? हाँ महाराज मैं आ गया। सतगुरु कहन लगे, लियाओ दसवंध की रकम लियाओ। जो दसवंध लैके आयो इकट्ठा करके कश्मीर तो, हथ जोड़ के आख्या, महाराज खिमा कर देना, पर जेड़ी मैं दसवंध की रकम इकट्ठी की सी ना, वो मैं सेवा विच ला आया। महाराज कहंदे भी समझ नहीं आई, केड़ी सेवा विच? सेवा ते तुहानू लैण भेजिया सी, तुसी केड़ा सेवा कर दिती? आख्या, महाराज पुरब आ गया सी, गुरपुरब, ते मैं सोचिया भी संगत की सेवा विच ला दिया, गुरु दा पुरब बना लवां। ते महाराज वो सारी भेटा दसवंध दी मैं संगतां दी सेवा विच ला दिती। महाराज हुण पता नहीं मैं चंगा कीता जा माड़ा, गलत कीता जा ठीक, पातशाह ये ते तुसी जाणदे हो। हजूर ने गल ना लाया, आख्या, भाई गढ़िए तू बड़ी वड्डी अवस्था तक पहुँच गया, बड़ी वड्डी अवस्था हो गई है तेरी। आख्या, तेरी सेवा हुण प्रवान हो गई। महाराज कहंदे, हुण तू अपने घर चला जा, हुण तू घर बैठ के नाम जाप बंदगी कर, उत्थे ही तेरी सेवा प्रवान है, क्योंकि तेरी अवस्था बहुत उच्ची हो गई। भाई गढ़िए ने आख्या, महाराज जिवें आप जी दा हुक्म, सत बचन। चला गया अपने घर, घर चला गया। हुण जितनी को कमाई सी इंदी भाई गढ़िए दी, गुरमुखो उस कमाई विचों लोकां दी मदद भी करे, अपना घर भी चलावे, ते जो बनदा भला भी करे। एक बार इन्हां दे कोल माया दी कमी हो गई, कुछ पैसे दा घाटा पै गया। कहंदे ने इन्हां ने प्रचार करना शुरू कर दिता भी जेड़ा 5 रजतपन इत्थे आके भेटा करेगा, मैनू देगा, उहदे घर पुत्र पैदा होवेगा। हुण सुनियो ध्यान दे नाल, भाई गढ़िए ने अपने पिंड विच की प्रचार करना शुरू कर दिता भी कवि संतोख सिंह जी ने 5 रजतपन लिखे है। कहंदे जेड़ा 5 रजतपन इत्थे आके भेटा करेगा ना, उहदे घर मुंडा पैदा होवेगा, उहदे घर पुत्र पैदा होवेगा। हुण तुहानू पता है किन्हां नू पुत्र चाहिए ने, जिन्हां नू चाहिए सन लैणा लग गईयां, नोटां दे ढेर लग गए भाई गढ़िए जी दे घर, ते गुरमुखो बड़ा धन इकट्ठा हो गया। हुण भाई गढ़िया जी ये ते नहीं भी उन्होंने अपने बैंक में जमा कराने ने, भी इकट्ठे किते ते जाके बैंक जमा, इहो जे ते है नहीं भाई गढ़िया जी। उन्होंने ते सेवा वास्ते इकट्ठे किते ने, संगत की सेवा वास्ते बस।
ਹੁਣ ਭਾਈ ਗੜੀਏ ਨੇ ਕਹਿਣਾ ਵੀ ਪੁੱਤਰ ਪੈਦਾ ਹੋਵੇਗਾ, ਇੱਥੇ ਆ ਕੇ ਇੰਨੀ ਭੇਟਾ ਕਰੋ। ਲੈਣਾ ਲੱਗੀਆਂ। ਹੁਣ ਤੁਹਾਨੂੰ ਪਤਾ ਹੈ, ਸਿਆਣੇ ਕਹਿੰਦੇ ਆਪਣੀ ਖੁਸ਼ੀ ਵੀ ਭਾਈ ਸਾਰਿਆਂ ਨੂੰ ਨਾ ਦੱਸਿਆ ਕਰੋ। ਕਿਉਂ? ਕਿਉਂਕਿ ਸਾਰੇ ਤੁਹਾਡੀ ਖੁਸ਼ੀ ਤੋਂ ਖੁਸ਼ ਵੀ ਨਹੀਂ ਹੁੰਦੇ। ਸਾਰੇ ਤੁਹਾਡੀ ਖੁਸ਼ੀ ਤੋਂ ਖੁਸ਼ ਵੀ ਨਹੀਂ ਹੁੰਦੇ। ਸਾਰਿਆਂ ਨੂੰ ਨਾ ਦੱਸਦੇ ਫਿਰਿਆ ਕਰੋ ਵੀ ਹਾਂ ਇਹ ਬਣ ਗਿਆ ਕੰਮ, ਬਣ ਗਿਆ ਕੰਮ। ਨਹੀਂ, ਸਾਰੇ ਖੁਸ਼ ਹੋਣ ਵਾਲੇ ਨਹੀਂ ਤੁਹਾਡੀ ਖੁਸ਼ੀ ਤੋਂ। ਇਹ ਧਿਆਨ ਰੱਖਣਾ ਚਾਹੀਦਾ ਹੈ। ਹੁਣ ਭਾਈ ਗੜੀਏ ਤੋਂ ਈਰਖਾ ਕਰਨ ਵਾਲੇ ਵੀ ਬੜੇ ਸਨ। ਈਰਖਾਲੂਆਂ ਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ। ਹਰਗੋਬਿੰਦਪੁਰਾ ਸਾਹਿਬ ਪਹੁੰਚ ਗਏ। ਜਿਹਨੇ ਸ਼ਿਕਾਇਤ ਲਾਣੀ ਹੋਵੇ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ ਹੈ, ਉਹ ਭਾਵੇਂ ਉਹਦੇ ਤੋਂ ਤੁਰਿਆ ਜਾਵੇ ਨਾ ਜਾਵੇ। ਉਹ ਸ਼ਿਕਾਇਤ ਲਾਣ ਪਹੁੰਚ ਗਏ ਹਰਗੋਬਿੰਦਪੁਰਾ ਸਾਹਿਬ ਮਹਾਰਾਜ ਜੀ ਦੇ ਕੋਲ। ਮਹਾਰਾਜ, ਸੱਚੇ ਪਾਤਸ਼ਾਹ ਤੁਹਾਡਾ ਸਿੱਖ ਤੇ ਰੱਬ ਦਾ ਸ਼ਰੀਕ ਬਣ ਗਿਆ। ਰੱਬ ਦਾ ਸ਼ਰੀਕ। ਮਹਾਰਾਜ ਕਹਿੰਦੇ ਕੀ ਹੋਇਆ? ਮਹਾਰਾਜ, ਉਹ ਤੇ ਪੁੱਤਰ ਵੰਡਦਾ ਫਿਰਦਾ ਹੈ। ਭਾਈ ਗੜੀਆ ਲੋਕਾਂ ਨੂੰ ਪੁੱਤਰ ਦਿੰਦਾ ਤੇ ਫਰੀ ਵਿੱਚ ਨਹੀਂ, ਉਹ ਤੇ ਭੇਟਾ ਲੈਂਦਾ, ਮਾਇਆ ਲੈਂਦਾ, ਉਹ ਤੇ ਪੈਸੇ ਵੱਟਦਾ ਪੂਰੇ। ਮਹਾਰਾਜ ਪੁੱਤਰ ਦਿੰਦਾ। ਸਤਿਗੁਰੂ ਜੀ ਉਹ ਤੇ ਰੱਬ ਦਾ ਸ਼ਰੀਕ ਬਣ ਕੇ ਬਹਿ ਗਿਆ। ਤੁਸੀਂ ਉਹਨੂੰ ਵਰ ਕੀ ਦਿੱਤਾ? ਬਚਨ ਕੀ ਆਖੇ ਵੀ ਤੇਰੀ ਸੇਵਾ ਪੂਰੀ। ਤੇ ਮਹਾਰਾਜ ਉਹ ਤੇ ਪੁੱਤਰ ਵੰਡਣ ਲੱਗ ਪਿਆ। ਸਤਿਗੁਰੂ ਕਹਿੰਦੇ ਵੀ ਰੱਬ ਦਾ ਸ਼ਰੀਕ ਬਣ ਗਿਆ ਭਾਈ ਗੜੀਆ। ਮਹਾਰਾਜ ਤੇ ਗੁਰਮੁਖੋ ਜਾਣੀ ਜਾਣ ਸਨ ਸਾਰੀ ਗੱਲ ਦੇ, ਪਰ ਸੰਗਤ ਦੇ ਸਾਹਮਣੇ ਸਾਰੀ ਗੱਲ ਲਿਆਉਣੀ ਸੀ। ਸਤਿਗੁਰੂ ਕਹਿੰਦੇ ਜਾਓ ਭਾਈ ਗੜੀਏ ਨੂੰ ਬੁਲਾ ਕੇ ਲਿਆਓ, ਵੇਖੀਏ ਤੇ ਸਹੀ ਵੀ ਰੱਬ ਦਾ ਸ਼ਰੀਕ ਕਿਵੇਂ ਬਣਿਆ। ਭਾਈ ਗੜੀਏ ਦੇ ਕੋਲ ਗਏ। ਆਖਿਆ ਭਾਈ ਗੜੀਏ ਤੈਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੁਲਾਇਆ, ਅੱਜ ਤੇਰੀ ਖੈਰ ਨਹੀਂ। ਭਾਈ ਗੜੀਏ ਨੇ ਆਖਿਆ ਵੀ ਚਲੋ ਠੀਕ ਹੈ, ਜਿਵੇਂ ਸਤਿਗੁਰਾਂ ਜੀ ਦਾ ਹੁਕਮ। ਤਿਆਰ ਹੋ ਕੇ ਉਸੇ ਪੈਰੀ ਦੱਬੇ ਪੈਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਪਹੁੰਚ ਗਿਆ, ਗੁਰੂ ਹਰਗੋਬਿੰਦਪੁਰਾ ਸਾਹਿਬ ਦੀ ਧਰਤੀ ਤੇ ਜਦੋਂ ਪਹੁੰਚਿਆ ਨਾ, ਇਤਿਹਾਸ ਕਹਿੰਦਾ ਗੁਰਮੁਖੋ, ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ, ਨਮਸਕਾਰ ਕੀਤਾ, ਗਦ ਗਦ ਹੋ ਗਿਆ ਹਿਰਦਾ ਭਾਈ ਗੜੀਏ ਦਾ। ਪਾਤਸ਼ਾਹ ਮੇਰੇ ਚੰਗੇ ਭਾਗ ਦਰਸ਼ਨ ਦੇਖ, ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬਿਨੰਤੀ ਸੁਨ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਹੁਣ ਭਾਈ ਗੜੀਏ ਦੀ ਅਵਸਥਾ ਨੂੰ ਥੋੜੀ ਨਾ ਕੋਈ ਜਾਣ ਸਕਦਾ ਹੈ ਗੁਰਮੁਖੋ। ਸੰਸਾਰ ਦਾ ਨਿਯਮ ਹੈ, ਭਗਤਾਂ ਨਾਲ ਨਹੀਂ ਬਣਦੀ ਨਾ ਦੀ। ਭਗਤਾਂ ਤੈ ਸੰਸਾਰੀਆਂ ਜੋੜ ਕਦੇ ਨਾ ਆਇਆ, ਕਦੇ ਜੋੜ ਨਹੀਂ ਆਉਂਦਾ। ਹੁਣ ਜੇ ਇੱਕ ਬੰਦੇ ਦੀ ਕਿਸੇ ਨਾਲ ਨਹੀਂ ਬਣਦੀ, ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਕੋਈ ਪਸੰਦ ਨਹੀਂ ਕਰਦਾ। ਇਹਦਾ ਮਤਲਬ ਇਹ ਹੈ ਵੀ ਉਹਨੇ ਸਾਰਿਆਂ ਦੀ ਔਕਾਤ ਨੂੰ ਜਾਣ ਲਿਆ ਹੈ ਵੀ ਇਹ ਕਿੰਨੇ ਕੁ ਪਾਣੀ 'ਚ ਨੇ। ਉਹਨੇ ਸਾਰਿਆਂ ਦੀ ਔਕਾਤ ਨੂੰ ਜਾਣ ਲਿਆ। ਇਹਦਾ ਮਤਲਬ ਇਹ ਹੈ ਵੀ ਇਹ ਮਤਲਬ ਨਹੀਂ ਵੀ ਉਹਦੀ ਜੇ ਨਹੀਂ ਬਣਦੀ ਕਿਸੇ ਸਾਰਿਆਂ ਦੇ ਨਾਲ ਵੀ ਉਹਨੂੰ ਕੋਈ ਪਸੰਦ ਨਹੀਂ ਕਰਦਾ, ਬਲਕਿ ਉਹਨੇ ਜਾਣ ਲਿਆ ਵੀ ਇਹ ਲੋਕ ਕਿਵੇਂ ਦੇ ਨੇ। ਭਾਈ ਗੜੀਏ ਨੂੰ ਸਭ ਪਤਾ ਹੈ ਵੀ ਕੀ ਵਰਤਾਰਾ ਵਰਤ ਰਿਹਾ, ਕਿਹੜੀਆਂ ਸ਼ਿਕਾਇਤਾਂ ਲੱਗੀਆਂ ਨੇ ਮਹਾਰਾਜ ਦੇ ਕੋਲ। ਉਦੋਂ ਵੀ ਬੜੇ ਸਨ ਸ਼ਿਕਾਇਤਾਂ ਲਾਉਣ ਵਾਲੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਧੰਨ ਭਾਗ ਤੁਹਾਡੇ ਦਰਸ਼ਨ ਹੋਏ। ਸਤਿਗੁਰੂ ਕਹਿਣ ਲੱਗੇ, ਗੜੀਆ ਜੀ ਤੁਹਾਡੀ ਸ਼ਿਕਾਇਤ ਆਈ ਹੈ। ਮਹਾਰਾਜ ਨੇ ਆਖਿਆ ਕਿਸੇ ਨੇ ਤੁਹਾਡੀ ਸ਼ਿਕਾਇਤ ਕੀਤੀ ਹੈ ਵੀ ਭਾਈ ਗੜੀਆ ਜਿਹੜਾ ਹੈ ਉਹ ਰੱਬ ਦਾ ਸ਼ਰੀਕ ਬਣ ਬੈਠਾ ਹੈ, ਤੁਸੀਂ ਰੱਬ ਦੇ ਸ਼ਰੀਕ ਬਣੇ ਹੋ। ਆਖਿਆ ਮਹਾਰਾਜ ਇਸ ਨਿੱਕੀ ਜੀ ਰਸਨਾ ਦੇ ਨਾਲ ਮੈਂ ਕੀ ਜਵਾਬ ਦਿਆਂ। ਰੱਬ ਦਾ ਸ਼ਰੀਕ ਮੈਂ ਨਹੀਂ ਬਣਿਆ ਮਹਾਰਾਜ। ਸਤਿਗੁਰੂ ਕਹਿਣ ਲੱਗੇ ਇਹ ਤੇ ਆਖਦੇ ਨੇ ਰੱਬ ਦਾ ਸ਼ਰੀਕ ਹੈ ਭਾਈ ਗੜੀਆ। ਮਹਾਰਾਜ ਹੁਕਮ ਕਰੋ, ਬਚਨ ਗੱਲ ਕੀ ਹੈ। ਸਤਿਗੁਰੂ ਕਹਿੰਦੇ ਤੂੰ ਪੁੱਤਰ ਵੰਡਦਾ ਫਿਰਦਾ ਹੈ, ਤੂੰ ਪੁੱਤਰਾਂ ਦੀਆਂ ਦਾਤਾਂ ਵੰਡਦਾ ਫਿਰਦਾ ਹੈ। ਉਹ ਵੀ ਭੇਟਾ ਲੈ ਕੇ, ਉਹ ਵੀ ਪੈਸੇ ਲੈ ਕੇ। ਇਹ ਸਾਰੇ ਇਹਨਾਂ ਨੇ ਆ ਕੇ ਸਾਨੂੰ ਬਚਨ ਆਖਿਆ, ਤੁਹਾਡੀ ਸ਼ਿਕਾਇਤ ਕੀਤੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਭਾਈ ਗੜੀਏ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਮੇਰੀ ਰਚਨਾ ਦੇ ਵਿੱਚ ਇਤਨੀ ਕੀ ਤਾਕਤ ਹੈ। ਅਸੀਂ ਤੇ ਅਵਗੁਣਾਂ ਦੇ ਭਰਿਆ ਪਾਤਸ਼ਾਹ। ਮੈਂ ਤੇ ਕੇਵਲ ਹਮੇਸ਼ਾ ਤੁਹਾਡੇ ਚਰਨਾਂ ਦਾ ਆਸਰਾ ਤੱਕਿਆ,
ਤੁਹਾਡਾ ਹੀ ਭਰੋਸਾ ਇਸ ਮਨ ਦੇ ਅੰਦਰ ਬਣਿਆ ਹੋਇਆ ਹੈ। ਬਸ ਤੁਹਾਡਾ ਹੀ ਪ੍ਰਵਾਸਾ ਹੈ, ਤੁਹਾਡਾ ਹੀ ਭਰੋਸਾ ਹੈ। ਤੇ ਮਹਾਰਾਜ ਮੈਂ ਤੇ ਸੇਵਾ ਕਰਦਾ ਸਾਂ, ਇੱਕ ਦਿਨ ਪੈਸੇ ਦੀ ਘਾਟ ਹੋ ਗਈ। ਪਾਤਸ਼ਾਹ ਪੈਸਾ ਨਹੀਂ ਸੀ ਕੋਲ ਤੇ ਕੋਈ ਲੋੜਵੰਦ ਆ ਗਿਆ, ਸੇਵਾ ਕਰਨੀ ਸੀ ਮਹਾਰਾਜ। ਬਸ ਫਿਰ ਮੈਨੂੰ ਬਚਨ ਚੇਤੇ ਆਇਆ, ਮੈਨੂੰ ਖਿਆਲ ਆਇਆ, ਬਸ ਹਿਰਦੇ ਵਿੱਚ ਤੁਹਾਡਾ ਨਾਮ ਲੈ ਕੇ, ਤੁਹਾਡਾ ਆਸਰਾ ਲੈ ਕੇ ਪਾਤਸ਼ਾਹ ਮੈਂ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਵੀ ਜਿਹੜਾ ਇੱਥੇ ਆ ਕੇ ਭੇਟਾ ਕਰੇਗਾ 5 ਰਜਤ ਪਣ ਉਹਨਾਂ ਦੇ ਘਰ ਪੁੱਤਰ ਪੈਦਾ ਹੋਣਗੇ। ਮਹਾਰਾਜ ਮੈਂ ਤੇ ਤੁਹਾਡਾ ਆਸਰਾ ਲੈ ਕੇ ਬਚਨ ਕਿਹਾ। ਪਾਤਸ਼ਾਹ ਤੇ ਤੁਹਾਡੀ ਕਿਰਪਾ, ਤੁਹਾਡੇ ਘਰ ਪੁੱਤਰਾਂ ਦਾ ਘਾਟਾ ਨਹੀਂ ਮਹਾਰਾਜ, ਤੁਹਾਡੇ ਘਰ ਕੋਈ ਘਾਟਾ ਨਹੀਂ। ਮਾਈ ਦੇਸਾਂ ਨੂੰ ਆਖਿਆ ਸੀ ਨਾ ਮਹਾਰਾਜ ਨੇ ਵੀ ਤੇਰੇ ਕਰਮਾਂ 'ਚ ਨਹੀਂ, ਕੋਈ ਪੁੱਤਰ ਨਹੀਂ। ਭਾਈ ਗੁਰਦਾਸ ਨੇ ਆਖਿਆ ਸੀ ਮਾਈ ਦੇਸਾ ਬੜੀ ਉਦਾਸ ਲੱਗਦੀ ਹੈ। ਆਖਿਆ ਇੱਕ ਆਸਰਾ ਬਚਿਆ ਸੀ ਬਸ, ਉਹ ਵੀ ਸਤਿਗੁਰਾਂ ਨੇ ਤੋੜ ਦਿੱਤਾ। ਆਖਿਆ ਤੇਰੇ ਕਰਮਾਂ ਵਿੱਚ ਨਹੀਂ, ਤੇਰੇ ਮੱਥੇ ਤੇ ਨਹੀਂ ਲਿਖਿਆ। ਭਾਈ ਗੁਰਦਾਸ ਨੇ ਆਖਿਆ ਸੀ ਮਾਈ ਦੇਸਾਂ ਜੇ ਕਰਮਾਂ ਵਿੱਚ ਨਹੀਂ ਲਿਖਿਆ ਤੇ ਜੁਗਤੀ ਤੈਨੂੰ ਮੈਂ ਦੱਸਦਾ, ਜਾ ਚਲੀ ਜਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਤੇ ਜਾ ਕੇ ਕਹਿ ਮਹਾਰਾਜ ਜੇ ਨਹੀਂ ਲਿਖਿਆ ਉੱਥੇ ਵੀ ਤੁਸੀਂ ਲਿਖਣਾ ਸੀ ਤੇ ਇੱਥੇ ਵੀ ਤੁਸੀਂ ਲਿਖਣਾ, ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਗਈ ਸੀ ਫਿਰ ਮਹਾਰਾਜ ਚੱਲ ਕੇ ਘੋੜਿਆਂ ਤੇ ਨਗਰ ਤੋਂ ਬਾਹਰ ਚਲੇ ਸਨ ਤੇ ਮਾਈ ਦੇਸਾਂ ਨੇ ਹੱਥ ਜੋੜ ਕੇ ਕਿਹਾ ਸੀ ਮਹਾਰਾਜ ਜੇ ਉੱਥੇ ਨਹੀਂ ਲਿਖਿਆ ਤੇ ਇੱਥੇ ਲਿਖ ਦਿਓ। ਮਹਾਰਾਜ ਹੱਸ ਪਏ, ਹੱਸ ਕੇ ਕਹਿਣ ਲੱਗੇ ਆ ਲਿਖ ਦਈਏ। ਲਿਖਣ ਲੱਗੇ ਇੱਕ ਤੇ ਘੋੜੇ ਨੇ ਮਾਰੀ ਲੱਥ ਤੇ ਗੁਰਮੁਖ ਇੱਕ ਦੀ ਜਗ੍ਹਾ 7 ਪੈ ਗਿਆ। ਹਜੂਰ ਕਹਿੰਦੇ ਦੇ ਮਾਈ ਦੇਸਾਂ ਤੇਰੇ ਕਰਮਾਂ ਵਿੱਚ ਮੱਥੇ ਤੇ ਇੱਕ ਨਹੀਂ ਸੀ ਲਿਖਿਆ, ਪਰ ਵੇਖ ਤੇਰੇ ਕਰਮਾਂ ਵਿੱਚ ਹੁਣ 7 ਪੁੱਤਰਾਂ ਦੀ ਆਮਦ ਹੈ। ਤੇਰੇ ਘਰ ਵਿੱਚ ਹੁਣ 7 ਪੁੱਤਰ ਪੈਦਾ ਹੋਣਗੇ। ਗੁਰਮੁਖੋ ਭਾਈ ਗੜੀਏ ਨੇ ਆਖਿਆ ਮਹਾਰਾਜ ਤੁਹਾਡੇ ਘਰ ਪੁੱਤਰਾਂ ਦੀ ਕਮੀ ਥੋੜੀ ਨਾ, ਪਾਤਸ਼ਾਹ ਤੁਹਾਡੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਦਾਤਿਆ, ਜ਼ੁਬਾਨ ਮੇਰੀ ਸੀ ਬਸ, ਮੈਂ ਕਹਿ ਰਿਹਾ ਸਾਂ ਵੀ ਹਾਂ ਜਿਹੜਾ ਇੱਥੇ ਭੇਟਾ ਕਰੇਗਾ ਉਹਦੇ ਘਰ ਜੋ ਪੁੱਤਰ ਪੈਦਾ ਹੋਣਗੇ ਪਾਤਸ਼ਾਹ ਕੇਵਲ ਤੇ ਮੈਂ ਬਚਨ ਕਰ ਰਿਹਾ ਸਾਂ, ਪਰ ਕਰਨ ਵਾਲੇ ਤੁਸੀਂ ਸੋ। ਗੁਰੂ ਹਰਗੋਬਿੰਦ ਸਾਹਿਬ ਸੰਗਤ ਵਿੱਚ ਭਾਈ ਗੜੀਏ ਨੂੰ ਕਹਿੰਦੇ ਭਾਈ ਗੜੀਏ ਜੇ ਤੈਨੂੰ ਗੁਰੂ ਤੇ ਇੰਨਾ ਭਰੋਸਾ ਹੈ ਨਾ, ਜੇ ਗੁਰੂ ਤੇ ਇੰਨਾ ਵਿਸ਼ਵਾਸ ਕਰਦਾ ਜਾ, ਅੱਜ ਤੈਨੂੰ ਵਰ ਦਿੱਤਾ ਇਸ ਰਸਨਾ ਦੇ ਨਾਲ ਜਿੱਥੇ ਕਿੱਥੇ ਵੀ ਜਾ ਕੇ ਜੋ ਵੀ ਬਚਨ ਕਰੇਗਾ ਵੀ ਤੇਰੇ ਘਰ ਪੁੱਤਰ ਪੈਦਾ ਹੋਵੇ ਤੇ ਉਸੇ ਦੇ ਘਰ ਪੁੱਤਰ ਪੈਦਾ ਹੋਵੇਗਾ। ਜਾਂ ਤੈਨੂੰ ਇਹ ਵਰ ਦਿੱਤਾ ਜੇ ਤੂੰ ਗੁਰੂ ਤੇ ਭਰੋਸਾ ਕਰਦਾ ਤੇ ਗੁਰੂ ਵੀ ਤੇਰੀ ਸੇਵਾ ਨੂੰ ਪ੍ਰਵਾਨ ਕਰਦਾ। ਅੱਜ ਤੇਰੀ ਰਸਨਾ ਵਿੱਚ ਗੁਰੂ ਇਤਨੀ ਤਾਕਤ ਬਖਸ਼ਦਾ ਹੈ, ਇਸ ਰਸਨਾ ਨਾਲ ਜਿੱਥੇ ਵੀ ਬਚਨ ਕਰੇਗਾ ਉਹ ਬਚਨ ਸੱਤ ਹੋਵੇਗਾ। ਤੇ ਗੁਰਮੁਖ ਇਤਿਹਾਸ ਕਹਿੰਦਾ ਭਾਈ ਗੜੀਆ ਜੀ ਜਿੱਥੇ ਵੀ ਬਚਨ ਕਰਦੇ ਸਨ ਵੀ ਤੇਰੇ ਘਰ ਪੁੱਤਰ ਪੈਦਾ ਹੋਵੇ ਤੇ ਉਸੇ ਦੇ ਘਰ ਫਿਰ ਪੁੱਤਰ ਪੈਦਾ ਹੁੰਦਾ ਸੀ। ਸਤਿਗੁਰੂ ਕਿਰਪਾ ਕਰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਐਸੀਆਂ ਮਹਾਨ ਦਾਤਾਂ ਦੇ, ਮਹਾਨ ਕਰਾਮਾਤਾਂ ਦੇ, ਮਾਨ ਸ਼ਕਤੀਆਂ ਦੇ, ਮਹਾਨ ਤਾਕਤਾਂ ਦੇ ਜਿਹੜੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਨ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਮੁਖੋ ਬਾਬਾ ਬੁੱਢਾ ਜੀ ਦਾ ਸੱਚਖੰਡ ਪਿਆਨਾ ਹੋ ਚੁੱਕਾ ਸੀ। ਉਹਨਾਂ ਦੇ ਸੁਪੁੱਤਰ ਭਾਈ ਭਾਨਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬਸ ਹਮੇਸ਼ਾ ਹੱਥ ਪਕੜ ਕੇ ਰੱਖਦੇ ਸਨ। ਪਾਤਸ਼ਾਹ ਜਿੱਥੇ ਵੀ ਜਾਂਦੇ ਸਨ ਭਾਈ ਭਾਨੇ ਨੇ ਨਾਲ ਜਾਣਾ। ਤੇ ਗੁਰਮੁਖੋ ਭਾਈ ਗੁਰਦਾਸ, ਬਾਬਾ ਬਿਧੀ ਚੰਦ, ਸਾਰੇ ਸਿੱਖ। ਤੇ ਇੱਕ ਵਾਰ ਕਹਿਣ ਲੱਗੇ ਮਹਾਰਾਜ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਸੀ ਤੇ ਸਾਰਿਆਂ ਨੇ ਮਨ ਬਣਾਇਆ ਵੀ ਜਿਹੜੀ ਹੁਣ ਦੀਵਾਲੀ ਹੈ ਨਾ ਇਹ ਅੰਮ੍ਰਿਤਸਰ ਦੇਖਣੀ ਹੈ।
ਅੰਮ੍ਰਿਤਸਰ ਜਾ ਕੇ ਦਰਸ਼ਨ ਕਰਨੇ ਨੇ ਹਰਿਮੰਦਰ ਸਾਹਿਬ ਦੇ। ਤੇ ਸਾਰਿਆਂ ਨੇ ਇਕੱਠੇ ਹੋ ਕੇ ਬਚਨ ਆਖਿਆ, ਹਜੂਰ ਸੱਚੇ ਪਾਤਸ਼ਾਹ ਕਰੋ ਕਿਰਪਾ, ਰਹਿਮਤ ਕਰੋ ਮਹਾਰਾਜ, ਅਸੀਂ ਨਾ ਇਹ ਦੀਵਾਲੀ ਹੁਣ ਅੰਮ੍ਰਿਤਸਰ ਵੇਖਣਾ ਚਾਹੁੰਦੇ ਹਾਂ। ਹਜੂਰ ਕਹਿਣ ਲੱਗੇ, ਸਿੱਖੋ ਬੜੀ ਅੱਛੀ ਗੱਲ ਹੈ, ਜੇ ਤੁਸੀਂ ਦੀਵਾਲੀ ਅੰਮ੍ਰਿਤਸਰ ਵੇਖਣੀ ਹੈ ਕਰੋ ਤਿਆਰੀ। ਅੱਜ ਦਾ ਦਿਨ ਇਹ ਰਾਤ ਬਤੀਤ ਹੋਵੇ, ਸਾਰਾ ਆਪਣਾ ਸਮਾਨ ਪੈਕ ਕਰੋ, ਤਿਆਰੀਆਂ ਕਰੋ, ਕੱਲ ਨੂੰ ਆਪਾਂ ਸ਼੍ਰੀ ਅੰਮ੍ਰਿਤਸਰ ਵਾਸਤੇ ਚਾਲੇ ਪਾਉਣੇ ਨੇ। ਅੱਜ ਦਿਨ ਰਾਤ ਬੜੇ ਚਾਵਾਂ ਦੇ ਵਿੱਚ ਕੱਟਿਆ ਹੈ ਵੀ ਕੱਲ ਨੂੰ ਅੰਮ੍ਰਿਤਸਰ ਜਾਣਾ ਹੈ। ਸਵੇਰ ਹੋਈ, ਭਾਈ ਭਾਨਾ ਜੀ ਬਾਬਾ ਬੁੱਢਾ ਜੀ ਦੇ ਸੁਪੁੱਤਰ ਉਹ ਵੀ ਤਿਆਰ ਹੋ ਗਏ। ਕਹਿੰਦੇ ਹਜੂਰ ਮੈਨੂੰ ਵੀ ਨਾਲ ਲੈ ਜਾਓ ਅੰਮ੍ਰਿਤਸਰ, ਮੈਂ ਵੀ ਤੁਹਾਡੇ ਨਾਲ ਚੱਲਣਾ ਹੈ। ਮੇਰੇ ਪਿਤਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਸੀ ਵੀ ਸਤਿਗੁਰਾਂ ਦਾ ਪੱਲਾ ਨਹੀਂ ਛੱਡਣਾ, ਸਤਿਗੁਰਾਂ ਦਾ ਲੜ ਪਕੜ ਕੇ ਰੱਖਣਾ ਹੈ। ਹਜੂਰ ਮੈਨੂੰ ਵੀ ਨਾਲ ਲੈ ਜਾਓ। ਹਜੂਰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਭਾਨਾ ਜੀ ਅਜੇ ਤੁਹਾਡੇ ਪਿਤਾ ਜੀ ਦਾ ਬਾਬਾ ਬੁੱਢਾ ਜੀ ਦਾ ਹੁਣੇ ਕੁਝ ਸਮਾਂ ਪਹਿਲਾਂ ਸਵਰਗਵਾਸ ਹੋਇਆ ਹੈ। ਸੰਗਤਾਂ ਲੋਕ ਅਫਸੋਸ ਵਾਸਤੇ ਤੁਹਾਨੂੰ ਮਿਲਣ ਵਾਸਤੇ ਆਉਂਦੇ ਨੇ, ਤੁਹਾਡੇ ਨਾਲ ਮਿਲਣ ਵਾਸਤੇ ਲੋਕ ਆਉਂਦੇ ਨੇ। ਤੁਸੀਂ ਥੋੜਾ ਸਮਾਂ ਇੱਥੇ ਰਹੋ, ਫਿਰ ਆ ਜਾਣਾ। ਹਜੂਰ ਦਾ ਬਚਨ ਬਣ ਕੇ ਭਾਈ ਭਾਨਾ ਜੀ ਉੱਥੇ ਹੀ ਰਹਿ ਗਏ ਰਮਦਾਸ ਨਗਰ। ਤੇ ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰਮੁਖੋਂ ਚੱਲ ਪਏ ਸਿੱਖ ਸੰਗਤਾਂ ਨੂੰ ਸਾਰਿਆਂ ਨੂੰ ਲੈ ਕੇ। ਸਤਿਗੁਰੂ ਜੀ ਪੈਂਡਾ ਤੈਅ ਕਰਦਿਆਂ ਸ਼੍ਰੀ ਅੰਮ੍ਰਿਤਸਰ ਪੁੱਜੇ। ਪਹਿਲਾਂ ਜਾ ਕੇ ਗੁਰਮੁਖੋਂ ਖੂਹ ਤੇ ਇਸ਼ਨਾਨ ਕੀਤਾ, ਫਿਰ ਜਾ ਕੇ ਸਰੋਵਰ ਵਿੱਚ ਸਾਰਿਆਂ ਨੇ ਇਸ਼ਨਾਨ ਕੀਤਾ। ਸਤਿਗੁਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ਼ਨਾਨ ਕੀਤਾ। ਦੀਵਾਲੀ ਦਾ ਦਿਨ ਨੇੜੇ ਆ ਰਿਹਾ ਸੀ, ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਸਨ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਪਹੁੰਚ ਕੇ ਬਚਨ ਕੀਤਾ। ਪਹਿਲਾਂ ਹੀ ਜਾਣ ਤੋਂ ਪਹਿਲਾਂ ਇੱਕ ਸਿੱਖ ਭੇਜ ਦਿੱਤਾ ਸੀ ਵੀ ਪੈਂਦੇ ਖਾਨ ਨੂੰ ਬੁਲਾ ਲਿਆਓ ਅੰਮ੍ਰਿਤਸਰ, ਉਹ ਵੀ ਆ ਜਾਏ ਆਪਣੇ ਪਰਿਵਾਰ ਦੇ ਨਾਲ। ਤੇ ਜਿਹੜਾ ਹਜੂਰ ਦਾ ਪਰਿਵਾਰ ਸੀ ਉਸ ਨੂੰ ਭੇਜਿਆ ਕਿ ਸਿੱਖ ਵੀ ਹਜੂਰ ਦਾ ਪਰਿਵਾਰ ਵੀ ਅੰਮ੍ਰਿਤਸਰ ਪਹੁੰਚ ਜੇ। ਉਧਰੋਂ ਪੈਂਦੇ ਖਾਨ ਇਹ ਵੀ ਪਰਿਵਾਰ ਲੈ ਕੇ ਆਪਣਾ ਬੀਵੀ ਬੱਚੇ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ। ਉਧਰ ਮਾਤਾ ਦਾਮੋਦਰੀ ਜੀ, ਸਤਿਗੁਰਾਂ ਜੀ ਦੇ ਮਹਿਲ, ਸਾਹਿਬਜ਼ਾਦੇ ਸਾਰੇ, ਬਾਬਾ ਗੁਰਦਿੱਤਾ ਜੀ, ਅਟਲ ਰਾਏ, ਅਨੀ ਰਾਏ, ਸਾਰੇ ਸਾਹਿਬਜ਼ਾਦੇ ਮਹਾਰਾਜ ਦੇ ਇਹ ਵੀ ਸਾਰੇ ਅੰਮ੍ਰਿਤਸਰ ਪਹੁੰਚ ਗਏ। ਗੁਰਮੁਖੋਂ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਮੱਥਾ ਟੇਕਿਆ, ਹਰਿਮੰਦਰ ਸਾਹਿਬ ਦੀ ਪਰਿਕਰਮਾ ਕੀਤੀ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ। ਹਜੂਰ ਨੇ ਅਰਦਾਸ ਕੀਤੀ, ਕੜਾ ਪ੍ਰਸ਼ਾਦ ਦੀ ਦੇਗ ਸਾਰਿਆਂ ਵਿੱਚ ਵਰਤਾਈ। ਤੇ ਹਜੂਰ ਜਾ ਕੇ ਗੁਰਮੁਖੋ ਅਕਾਲ ਤਖਤ ਦੇ ਉੱਤੇ ਬਿਰਾਜਮਾਨ ਹੋਏ। ਵੱਡਾ ਦੀਵਾਨ ਲੱਗਾ, ਚਾਰੇ ਪਾਸੇ ਤੋਂ ਸੰਗਤਾਂ ਉਮੜ ਕੇ ਆਈਆਂ। ਕਹਿੰਦੇ ਨੇ ਪੈਂਦੇ ਖਾਨ ਵੀ ਪਰਿਵਾਰ ਲੈ ਕੇ ਪਹੁੰਚ ਗਿਆ, ਹਜੂਰ ਦਾ ਪਰਿਵਾਰ ਵੀ ਜਿਹੜਾ ਹੈ ਉੱਥੇ ਪਹੁੰਚ ਗਿਆ। ਦੀਵਾਨ ਦੀ ਸਮਾਪਤੀ ਹੋਈ, ਸਾਰਾ ਪਰਿਵਾਰ ਸਤਿਗੁਰਾਂ ਨੂੰ ਆ ਕੇ ਮਿਲਦਾ ਹੈ। ਸਤਿਗੁਰੂ ਜੀ ਫਿਰ ਉੱਥੇ ਸਮਾਂ ਬਤੀਤ ਕਰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰਮੁਖੋ 4 ਜੰਗਾਂ ਲੜੀਆਂ, ਪਰ ਕੇਵਲ ਹੱਕ ਤੇ ਸੱਚ ਵਾਸਤੇ। ਦੁਨੀਆ ਵਿੱਚ ਲੜਾਈਆਂ ਹੁੰਦੀਆਂ ਆਈਆਂ ਨੇ ਜਰ ਜੋਰੂ ਤੇ ਜ਼ਮੀਨ ਵਾਸਤੇ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਦੇ ਘਰੋਂ ਜੇ ਆਵਾਜ਼ ਆਈ ਹੈ, ਜੇ ਲੜਾਈ ਲੜੀ ਗਈ ਹੈ, ਉਹ ਨਾ ਜਰ ਵਾਸਤੇ, ਨਾ ਜੋਰੂ ਵਾਸਤੇ, ਨਾ ਜ਼ਮੀਨ ਵਾਸਤੇ, ਫਿਰ ਕਿਸ ਵਾਸਤੇ? ਕੇਵਲ ਤੇ ਕੇਵਲ ਜ਼ਮੀਰ ਵਾਸਤੇ। ਇਸ ਜ਼ਮੀਰ ਵਾਸਤੇ ਗੁਰੂ ਦੇ ਘਰ ਤੋਂ ਲੜਾਈਆਂ ਆਰੰਭ ਹੋਈਆਂ। ਲੜਾਈਆਂ ਆਰੰਭ ਵੀ ਨਹੀਂ ਹੋਈਆਂ, ਜੇ ਕੋਈ ਚੜ ਕੇ ਆਇਆ ਫਿਰ ਉਸ ਦਾ ਜਵਾਬ ਸਤਿਗੁਰਾਂ ਨੇ ਦਿੱਤਾ ਹੈ। ਇੱਕ ਵੀ ਜੰਗ ਮਹਾਰਾਜ ਆਪ ਚੜ ਕੇ ਨਹੀਂ ਗਏ ਕਿਤੇ ਵੀ, ਇੱਕ ਵੀ ਜੰਗ, ਪਰ ਜਿਹੜਾ ਚੜ ਕੇ ਆਇਆ, ਆਏ ਗਏ ਨੂੰ ਦੇਗ, ਫਿਰ ਚੜੇ ਨੂੰ ਫਿਰ ਤੇਗ। ਇਹ ਗੁਰੂ ਘਰ ਦਾ ਨੇਮ ਹੈ, ਇਹ ਸਤਿਗੁਰਾਂ ਜੀ ਨੇ ਫਿਰ ਦਿੱਤੀ ਹੈ ਵੀ ਜਿਹੜਾ ਨਿਮਰਤਾ ਨਾਲ ਆਇਆ ਉਹਨੂੰ ਫਿਰ ਗੁਰੂ ਦੀ ਦੇਗ ਮਿਲੇਗੀ, ਜਿਹੜਾ ਚੜ ਕੇ ਆਇਆ ਫਿਰ ਉਹਨੂੰ ਗੁਰੂ ਕੀ ਤੇਗ ਮਿਲੇਗੀ। ਇੱਥੇ ਜਿਹੜਾ ਚੜ ਕੇ ਆਉਂਦਾ ਗੁਰਮੁਖੋ ਫਿਰ ਉਹ ਢੇਰੀ ਹੋ ਜਾਂਦਾ ਹੈ। 4 ਜੰਗਾਂ ਹੋਈਆਂ, ਮਹਾਰਾਜ ਨੇ ਜਿੱਤੀਆਂ, ਕੇਵਲ ਸਰੀਰ ਬਦਲਿਆ ਸੀ। ਭਾਈ ਗੁਰਦਾਸ ਕਹਿੰਦੇ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਕੇਵਲ ਸਰੀਰ ਬਦਲਿਆ ਸੀ, ਜੋਤ ਉਹੀ ਸੀ, ਜੋਤ ਉਹਾ
ਜੋਤ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਐ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਸੰਬੰਧੀ ਇਤਿਹਾਸ ਸੰਬੰਧੀ ਇੱਕ ਨਹੀਂ ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਸਤਿਗੁਰਾਂ ਜੀ ਦਾ। ਧੰਨ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ। ਆਪ ਸਮੂਹ ਸੰਗਤਾਂ ਦਾ, ਸਮੂਹ ਪ੍ਰਬੰਧਕ ਕਮੇਟੀ ਦਾ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਸਾਡੇ ਇਲਾਕੇ ਦੇ ਬਹੁਤ ਹੀ ਪਿਆਰ ਸਤਿਕਾਰਯੋਗ ਸਾਡੇ ਵੱਡੇ ਵੀਰ ਸਰਦਾਰ ਹਰਪ੍ਰੀਤ ਸਿੰਘ ਜੀ ਬਲੋਲੀ, ਵੀਰ ਉਪਕਾਰ ਸਿੰਘ ਜੀ ਬਿਲਾਸਪੁਰ, ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਜੋ ਚੜ੍ਹਦੀ ਕਲਾ ਦੇ ਨਾਲ ਪੂਰੇ ਹੋਸ਼ ਤੇ ਜੋਸ਼ ਦੇ ਨਾਲ ਗੁਰੂ ਘਰ ਦੀਆਂ ਸੇਵਾਵਾਂ ਵਿੱਚ ਆਪ ਸਾਰੀਆਂ ਇਲਾਕੇ ਵਾਸੀਆਂ, ਨਗਰ ਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਜਿਹੜੇ ਸਾਰੇ ਗੁਰੂ ਘਰ ਦੇ ਚੜ੍ਹਦੀ ਕਲਾ ਵਾਲੇ ਕਰਮ ਨੇ ਉਹਨਾਂ ਨੂੰ ਜਿਹੜੇ ਕਰ ਰਹੇ ਨੇ, ਸਤਿਗੁਰੂ ਮਹਾਰਾਜ ਸਾਰਿਆਂ ਨੂੰ ਇਹਨਾਂ ਨੂੰ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਕਰਨ ਦਾ ਭਾਈ ਸਾਹਿਬ ਜੀ ਦਾ, ਹੈਡ ਗ੍ਰੰਥੀ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਸਾਰਿਆਂ ਦਾ ਸ਼ੁਕਰਾਨਾ। ਆਪ ਸੰਗਤਾਂ ਦਾ ਭੁੱਲ ਚੁੱਕ ਦੀ ਖਿਮਾ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਆਪ ਸਾਰੀ ਇਸੇ ਤਰ੍ਹਾਂ ਸੀਸ ਬਖਸ਼ਦੇ ਰਹੋ। ਇਸ ਰਸਨਾ ਦੇ ਨਾਲ ਆਪ ਸਾਰੀਆਂ ਸੰਗਤਾਂ ਦੇ ਜੋੜੇ ਝਾੜਦੇ ਰਹੀਏ। ਵਿਦਿਆਰਥੀ ਜੀਵਨ ਹੈ, ਭੁੱਲਾਂ ਗਲਤੀਆਂ ਮਾਫ ਕਰ ਦੇਣੀਆਂ। ਪ੍ਰਵਾਨੋ ਜੀ ਫਤਿਹ ਆਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਪੰਜੋਖਰਾ ਸਾਹਿਬ ਤੋਂ। ਸਾਡੇ ਸਾਰਿਆਂ ਦੇ ਹਰਮਨ ਪਿਆਰੇ ਸਰੋਤਾ ਜੋ ਕਿ ਸਾਡੇ ਹੀ ਇਲਾਕੇ ਤੋਂ ਨਿਵਾਸੀ ਹਨ। ਇੱਥੇ ਲਾਗੇ ਹੀ ਪਿੰਡ ਰਾਈਆਂ ਵਾਲਾ ਹੈ, ਇਹਨਾਂ ਦਾ ਪਿੰਡ ਹੈ ਜੀ, ਜੱਦੀ ਪਿੰਡ ਇਹਨਾਂ ਦਾ। ਹੁਣ ਆਪ ਸਾਰੀਆਂ ਸੰਗਤਾਂ ਦੇ ਚਰਨ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਹਜੂਰੀ ਰਾਗੀ ਬਿਲਾਸਪੁਰ ਵਾਲੇ ਇੱਕ ਸ਼ਬਦ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਉਪਰੰਤ ਆਨੰਦ ਸਾਹਿਬ ਜੀ ਦਾ ਪਾਠ ਹੋਵੇਗਾ ਜੀ, ਸੰਪੂਰਨ ਸਮਾਪਤੀ ਹੋਏਗੀ। ਇੱਕ ਛੋਟੀ ਜਿਹੀ ਬੇਨਤੀ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝੀ ਕਰਨੀ ਹਨ ਜੀ। ਵਾਹਿਗੁਰੂ ਜੀ, 23 ਤਰੀਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਪੰਜਵੇਂ ਗੁਰੂ ਨਾਨਕ ਸਾਹਿਬ ਜੀ ਦਾ ਦਿਹਾੜਾ 23 ਤਰੀਕ 23 ਮਈ ਦਿਨ ਮੰਗਲਵਾਰ ਨੂੰ ਇਸੇ ਸਥਾਨ 'ਤੇ ਗੁਰਦੁਆਰਾ ਕਪਾਲ ਮੋਚਨ ਸਾਹਿਬ ਬੜੀ ਸ਼ਰਧਾ ਨਾਲ, ਭਾਵਨਾ ਨਾਲ ਮਨਾਇਆ ਜਾਏਗਾ। ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ। ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਆਪਣੇ ਬੱਚਿਆਂ ਬਜ਼ੁਰਗਾਂ ਸਮੇਤ ਹੁਮ ਹੁਮਾ ਕੇ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣੇ ਹਨ, ਤਾਂ ਕਿ ਜੋ ਕਾਰਜ ਸਾਡੇ ਇਲਾਕਾ ਨਿਵਾਸੀ ਮੈਂਬਰ ਸਾਹਿਬ ਹਰਪ੍ਰੀਤ ਸਿੰਘ ਜੀ ਬਲੋਲੀ ਵੱਲੋਂ ਉਲੀਕਿਆ ਗਿਆ ਹੈ, ਆਪ ਸਾਰੀਆਂ ਸੰਗਤਾਂ ਦੇ ਪਿਆਰ ਸਦਕਾ ਚੜ੍ਹਦੀ ਕਲਾ ਵਿੱਚ ਹੀ ਰਹੇ। ਸਾਰੀਆਂ ਸੰਗਤਾਂ ਦਾ ਹਰਪ੍ਰੀਤ ਸਿੰਘ ਜੀ ਬਲੋਲੀ ਮੈਂਬਰ ਸਾਹਿਬ ਵੱਲੋਂ ਧੰਨਵਾਦ ਜੀ। ਕਰੋ ਕਿਰਪਾ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇਵ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।